ਬਿਲਾਵਲ ਮਹੱਲਾ ਪੰਜਵਾ। ਬਿਲਾਵਲ ਰਾਗ ਦੇ ਅੰਦਰ ਸਤਿਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸ਼ੋਭਾਮਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਹਰ ਹਰ ਨਾਮ ਅਪਾਰ ਅਮੋਲੀ। ਹੇ ਭਾਈ, ਹਰੇ ਭਰੇ ਕਰਨ ਵਾਲੇ ਹਰੀ ਪਰਮਾਤਮਾ ਦਾ ਨਾਮ ਬੇਅੰਤ ਪਾਰਾਵਾਰ ਤੋਂ ਰਹਿਤ ਅਤੇ ਅਮੋਲਕ ਹੈ, ਜੋ ਕਿਸੇ ਮਾਇਆ ਆਦਿਕ ਦੇ ਵੱਟੇ ਨਹੀਂ ਮਿਲਦਾ। ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲੀਆ ਹੈ ਮੋਲ। ਪ੍ਰਾਨ ਪਿਆਰੋ ਮਨ ਆਧਾਰੋ। ਇਹ ਜੋ ਵਾਹਿਗੁਰੂ ਨਾਮ ਹੈ ਸਾਡੇ ਪ੍ਰਾਣਾ ਜ਼ਿੰਦਗੀ ਦਾ ਪਿਆਰਾ ਅਤੇ ਮਨ ਦਾ ਆਸਰਾ ਹੈ। ਚੀਤਾ ਚਿਤਵਾਉ ਜਸ ਪਾਨਤ ਬੋਲੀ। ਜਿਵੇਂ ਪਾਨਾਂ ਵਾਲਾ ਪੁਰਖ ਪਾਨ ਦਾ ਖਿਆਲ ਰੱਖਦਾ ਹੈ ਕਿ ਕਿਤੇ ਪੱਤੇ ਗਲ ਨਾ ਜਾਣ, ਇਉਂ ਅਸੀਂ ਆਪਣੇ ਮਨ ਦੇ ਵਿੱਚ ਨਾਮ ਨੂੰ ਧਿਆਨ ਦੇ ਨਾਲ ਚੇਤੇ ਕਰਦੇ ਹਾਂ। ਭਾਵ ਸਾਵਧਾਨ ਇਕਾਗਰ ਚੀਤ, ਸਾਵਧਾਨ ਇਕਾਗਰ ਹੋ ਕੇ ਸਿਮਰਦੇ ਹਾਂ ਕਿ ਕਿਤੇ ਕੋਈ ਮੰਦਾ ਸੰਕਲਪ ਅੰਦਰ ਆ ਕੇ ਸ਼ੁਭ ਗੁਣਾਂ ਨੂੰ ਗਾਲ ਨਾ ਦੇਵੇ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਸਹਿਜ ਸਮਾਇਓ ਗੁਰਹਿ ਬਤਾਇਓ। ਜਦ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਉਪਦੇਸ਼ ਬਤਾਇਆ, ਦੱਸਣਾ ਕੀਤਾ, ਸਮਝਾਉਣਾ ਕੀਤਾ, ਤਦੋਂ ਸਹਿਜ ਸਮਾਇਓ ਸ਼ਾਂਤ ਸਰੂਪ ਦੇ ਵਿੱਚ ਸਮਾ ਗਏ, ਲੀਨ ਹੋ ਗਏ ਹਾਂ। ਰੰਗ ਰੰਗੀ ਮੇਰੇ ਤਨ ਕੀ ਚੋਲੀ। ਅਤੇ ਸਾਡੇ ਸਰੀਰ ਦੀ ਬੁੱਧੀ ਰੂਪ ਜਿਹੜੀ ਚੋਲੀ ਹੈ ਉਹ ਪਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ ਰੰਗੀ ਗਈ ਹੈ। ਪ੍ਰੇਮ ਮੁਖ ਲਾਗੋ ਜੋ ਵੱਡ ਭਾਗੋ। ਜਦ ਵੱਡੇ ਭਾਗ ਹੋਏ ਤਾਂ ਪਿਆਰੇ ਪ੍ਰਭੂ ਦੇ ਸਨਮੁਖ ਲੱਗੇ, ਭਾਵ ਉਸ ਦੇ ਦੀਦਾਰ ਹੋਏ। ਸੁਹਾਗ ਹਮਾਰੋ ਕਤਹੁ ਨਾ ਡੋਲੀ। ਪਰ ਹੁਣ ਜੋ ਸਾਡਾ ਆਨੰਦ ਹੈ ਉਹ ਕਿਤੇ ਕਦੇ ਵੀ ਨਹੀਂ ਡੋਲਦਾ। ਰੂਪ ਨ ਧੂਪ ਨ ਗੰਧ ਨ ਦੀਪਾ। ਸਾਡੇ ਪਾਸ ਪਹਿਲਾਂ ਨਾ ਹੀ ਦਿਲ ਦੀ ਸਫਾਈ ਰੂਪ ਸੁੰਦਰ ਸਰੂਪ ਸੀਗਾ, ਨਾ ਹੀ ਜਸ ਰੂਪ ਧੂਪ ਸੀ, ਅਤੇ ਨਾ ਹੀ ਭਗਤੀ ਦੀ ਸੁਗੰਧੀ, ਤੇ ਨਾ ਹੀ ਗਿਆਨ ਦਾ ਦੀਵਾ ਸੀ। ਪੋਤ ਪੋਤਾ ਅੰਗ ਅੰਗ ਸੰਗ ਮੌਲੀ। ਪਰ ਗੁਰਾਂ ਦੀ ਕਿਰਪਾ ਕਰਕੇ ਤਾਣੇ ਬੇਟੇ ਵਤ ਸਾਡੀ ਬਿਰਤੀ ਅੰਗ ਪਿਆਰੇ ਪ੍ਰਭੂ ਦੇ ਅੰਗਾਂ ਦੇ ਸੰਗ ਨਾਲ ਮੌਲੀ ਮੇਲ ਦਿੱਤੀ, ਪ੍ਰਫੁੱਲਤ ਕਰ ਦਿੱਤੀ ਹੈ। ਜਾਂ ਗੁਰਾਂ ਦੀ ਕਿਰਪਾ ਸਦਕਾ ਪ੍ਰਭੂ ਦੀ ਸੱਤਾ ਤਾਣੇ ਬੇਟੇ ਵਾਂਗ ਅੰਗ ਸੰਗ ਦੇ ਨਾਲ, ਅੰਗ ਅੰਗ ਦੇ ਨਾਲ ਮਿਲੀ ਹੋਈ ਜਾਣੀ ਹੈ। ਕਹੁ ਨਾਨਕ ਪ੍ਰੈ ਰਵੀ ਸੁਹਾਗਨ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਪਿਆਰੇ ਪਤੀ ਪ੍ਰਭੂ ਨੇ ਜਦ ਮੈਨੂੰ ਅਭੇਦ ਕਰ ਲਿਆ ਤਾਂ ਮੈਂ ਸੁਹਾਗ ਮੰਦੀ ਹੋਈ, ਜਾਂ ਮੈਂ ਸੁਹਾਗਨ ਨੂੰ ਪ੍ਰੀ ਨੇ ਰਾਮ ਨਾ ਕੀਤਾ ਹੈ। ਨੇਕੀ ਮੇਰੀ ਬਾਣੀ ਖਟੋਲੀ। ਇਸ ਕਰਕੇ ਮੇਰੀ ਬੁੱਧ ਸ਼ਰਧਾ ਰੂਪੀ ਖਟੋਲੀ ਮੰਜੀ ਸੇਜਾ ਅਤਿਅੰਤ ਹੀ ਸੁੰਦਰ ਬਣ ਰਹੀ ਹੈ। ਬਿਲਾਵਲ ਮਹੱਲਾ ਪੰਜਵਾ। ਸਤਿਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ ਬਿਲਾਵਲ ਰਾਗ ਦੇ ਅੰਦਰ। ਗੋਬਿੰਦ 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 ਮਾਈ। ਹੇ ਭਾਈ, ਅਸੀਂ ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਗੁਰਾਂ ਦੀ ਬਾਣੀ ਕਰਕੇ ਜਾਣਨੇ ਯੋਗ ਔਰ ਇੰਦਰੀਆਂ ਦੇ ਪ੍ਰਕਾਸ਼ਕ
ਪ੍ਰਭੂ ਦਾ ਸਰੂਪ ਹੋ ਗਏ ਹਾਂ। ਜਬ ਤੇ ਭੇਟੇ ਸਾਧ ਦਿਆਰਾ, ਜਦ ਤੋਂ ਸਾਨੂੰ ਦਇਆ ਦੇ ਘਰ ਸਾਧੂ ਸੰਤ ਜਨ ਮਿਲੇ ਹਨ। ਤਬ ਤੇ ਦੁਰਮਤ ਦੂਰ ਪਾਈ, ਤਦੋਂ ਤੋਂ ਸਾਡੀ ਜੋ ਖੋਟੀ ਮਤ ਹੈ ਇਹ ਦੂਰ ਹੋ ਗਈ, ਨਿਵਰਤ ਹੋ ਗਈ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ, ਪੂਰਨ ਪੂਰ ਰਹਿਓ ਸੰਪੂਰਨ। ਵਿਆਪਕ ਹਰੀ ਸਾਰੇ ਸੰਸਾਰ ਅੰਦਰ ਵਿਆਪਕ ਹੋ ਰਿਹਾ ਹੈ। ਸ਼ੀਤਲ ਸ਼ਾਂਤ ਦਇਆਲ ਦਈ, ਪਰ ਉਸ ਪ੍ਰੇਰਕ ਤੇ ਦਇਆ ਦੇ ਕਰ ਪਰਮਾਤਮਾ ਨੇ ਸਾਡੇ ਅੰਦਰ ਸ਼ਾਂਤੀ ਰੂਪ ਸੀਤਲਤਾ ਬਖਸ਼ਿਸ਼ ਕੀਤੀ ਹੈ। ਸਤ ਸੰਤੋਖ ਕਾਮ ਕ੍ਰੋਧ ਤ੍ਰਿਸ਼ਨਾ ਅਹੰਕਾਰ। ਕਾਮ ਵਿਕਾਰ ਦ੍ਰਿਸ਼ਟੀ, ਕ੍ਰੋਧ ਗੁੱਸਾ, ਤ੍ਰਿਸ਼ਨਾ ਪਦਾਰਥ ਪ੍ਰਾਪਤੀ ਦੀ ਪ੍ਰਬਲ ਇੱਛਾ ਅਤੇ ਅਹੰਕਾਰ ਅਭਿਮਾਨ ਆਦਿਕ ਵਿਕਾਰ ਇਹ ਸਰੀਰ ਤੋਂ ਸਾਰੇ ਹੀ ਨਾਸ਼ ਹੋ ਗਏ ਹਨ। ਸੋ ਇਸ ਦੇ ਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਅੰਮ੍ਰਿਤ ਲੁਟੈ ਮਨਮੁਖ ਨਹੀਂ ਬੂਝੈ, ਕੋਈ ਨਾ ਸੁਣੈ ਪੁਕਾਰ। ਅੰਧਾ ਜਗਤ ਅੰਧ ਵਰਤਾਰਾ। ਇਹ ਜਿਹੜੇ ਪੰਜ ਵਿਕਾਰ ਚੋਰਾਂ ਦੀ ਤਰ੍ਹਾਂ ਸਾਨੂੰ ਅੰਦਰੋਂ ਅੰਦਰ ਖਾਈ ਜਾ ਰਹੇ ਸਨ, ਜਿਸ ਕਰਕੇ ਇਹਨਾਂ ਨਿਗਾਹ ਤੋਂ ਰਹਿਤ ਕੀਤਾ ਹੋਇਆ ਸੀ। ਇਹ ਵਾਹਿਗੁਰੂ ਜੀ ਦੀ ਕਿਰਪਾ ਨਾਲ ਸਾਰੇ ਨਾਸ਼ ਹੋ ਗਏ ਹਨ। ਤਨ ਤੇ ਹੋਏ ਸਗਲ ਖਾਈ, ਅਰ ਤਨ ਸਰੀਰ ਤੋਂ ਇਹ ਜਿੰਨੇ ਵੀ ਵਿਕਾਰ ਸਨ ਇਹ ਸਾਰੇ ਨਾਸ਼ ਹੋ ਗਏ, ਖਤਮ ਹੋ ਗਏ ਹਨ। ਜਿਹੜੇ ਕਿਸੇ ਵੀ ਯਤਨ ਦੇ ਨਾਲ ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁਟਿਓ ਦੇਵਾ, ਪਰ ਨਿੰਦਾ ਮੁਖ ਤੇ ਨਹੀਂ ਛੁਟੀ, ਨਿਫਲ ਭਈ ਸਭ ਸੇਵਾ। ਇਹ ਕਿਸੇ ਵੀ ਯਤਨ ਦੇ ਨਾਲ ਜੋ ਲੱਥਦੇ ਨਹੀਂ ਸਨ ਇਹ ਸਾਰੇ ਹੁਣ ਖਈ ਨਾਸ਼ ਹੋ ਗਏ ਨੇ, ਖਤਮ ਹੋ ਗਏ ਹਨ। ਸਤ ਸੰਤੋਖ ਦਇਆ ਧਰਮ ਸੋਚ, ਸੱਚ ਬੋਲਣਾ, ਸਤ ਪ੍ਰਤਗੀ ਹੋਣਾ, ਭਲੀ ਪ੍ਰਕਾਰ ਤ੍ਰਿਪਤੀ, ਦਇਆ ਤਰਸ ਕਰਨਾ, ਧਰਮ ਅਤੇ ਸੋਚ ਪਵਿੱਤਰਤਾ ਆਦਿ ਗੁਣਾਂ ਨੂੰ ਧਾਰਨ ਰੂਪ ਜੋ ਇਹ ਜਿਹੜੀ ਸਿੱਖਿਆ ਹੈ। ਤਨ ਤੇ ਹੋ ਮੰਤ ਲਈ, ਜੋ ਸ਼ਾਂਤ ਚਿਤ ਮਹਾਤਮਾ ਜਨ ਉਹਨਾਂ ਤੋਂ ਅਸੀਂ ਇਹ ਮੰਤ ਉਪਦੇਸ਼ ਸਿੱਖਿਆ ਲੈਣਾ ਕੀਤੀ ਹੈ। ਕਹੁ ਨਾਨਕ ਜਿਨ ਮਨ ਪਛਾਨਿਆ, ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਜਿਨ੍ਹਾਂ ਵੀ ਗੁਰਮੁਖਾਂ ਨੇ ਮਨ ਕਰਕੇ ਵਾਹਿਗੁਰੂ ਜੀ ਦੇ ਸਰੂਪ ਸੰਤ ਜਨਾਂ ਦੀ ਸਿੱਖਿਆ ਨੂੰ ਪਹਿਚਾਨਣਾ ਕੀਤਾ ਹੈ। ਕਉ ਸਗਲੀ ਸੋਝ ਪਈ, ਤਿਨਾਂ ਨੂੰ ਸਾਰੀ ਲੋਕ ਪਰਲੋਕ ਦੀ ਸਮਝ ਪੈ ਗਈ ਹੈ। ਬਿਲਾਵਲ ਮਹੱਲਾ ਪੰਜਵਾ, ਅਸੀਂ ਜੋੜੇ ਘਰ 'ਚ ਜੋੜੇ ਤਾਂ ਜਮ੍ਹਾਂ ਕਰਾਉਣੇ ਆ, ਪਰ ਹੰਕਾਰ ਨਹੀਂ ਤਿਆਗਦੇ। ਆਪ ਦਾ ਸਿਰ ਗੁਰੂ ਜੀ ਦੇ ਚਰਨਾਂ ਵਿੱਚ ਤਾਂ ਨਵਾ ਦਿੰਦੇ ਆ, ਪਰ ਜੋ ਮਨ ਦੀ ਮਨੌਤ ਹੈ ਉਹਦਾ ਤਿਆਗ ਨਹੀਂ ਕਰਦੇ। ਆਪਣੇ ਹੰਕਾਰ ਦੀ ਨਿਵਰਤੀ ਅਰ ਹਰੀ ਦੀ ਬੇਅੰਤਤਾ ਵਰਣਨ ਕਰਦੇ ਹੋਏ ਸਤਿਗੁਰ ਅਰਜਨ ਦੇਵ ਜੀ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਇੰਜ ਨਿਮਰਤਾ ਸਹਿਤ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਗੁਰੂ ਜੀ ਦੇ ਸਨਮੁਖ ਖੜੇ ਹੋ ਕੇ ਅਰਦਾਸ ਕਰੀਏ, ਬੇਨਤੀ ਕਰੀਏ। ਕਿਆ ਹਮ ਜੀ ਜੰਤ ਬੇਚਾਰੇ, ਜੀ ਹੁੰਦੇ ਨੇ ਵੱਡੇ ਤੇ ਜੰਤ ਹੁੰਦੇ ਨੇ ਛੋਟੇ। ਹੇ ਪ੍ਰਮਾਤਮਾ, ਅਸੀਂ ਵਿਚਾਰੇ ਤੁਸ਼ ਸਥੂਲ ਜੀਵ ਤੇ ਜੰਤ ਸੂਖਮ ਜੀਵ,
ਜਾਂ ਜੀਅ ਜੰਤ, ਜੀਵਾਂ ਰੂਪ ਜਿਹੜੇ ਜੰਤ ਵਾਜੇ ਕੀ ਕਰ ਸਕਦੇ ਹਾਂ। ਵਰਨ ਨ ਸਕਹ ਏਕ ਰੋਮਾਈ, ਅਸੀਂ ਆਪ ਦੇ ਇੱਕ ਰੋਮ ਮਾਤਰ ਦਾ ਵੀ ਵਰਣਨ ਨਹੀਂ ਕਰ ਸਕਦੇ, ਜਾਂ ਅਸੀਂ ਇੱਕ ਰੋਮ ਮਾਤਰ ਭਾਵ ਥੋੜਾ ਜਿਹਾ ਵੀ ਕਥਨ ਨਹੀਂ ਕਰ ਸਕਦੇ। ਬ੍ਰਹਮ ਮਹੇਸ਼ਾ ਸਿੱਧ ਮੁਨ ਇੰਦਰਾ, ਬ੍ਰਹਮਾ ਸ਼ਿਵ ਜੀ, ਸਿੱਧ ਮੁਨੀ, ਮੰਨਣਸ਼ੀਲ ਮਹਾਤਮਾ ਅਤੇ ਇੰਦਰ ਆਦਿਕ ਜੋ ਵੀ ਹਨ। ਬੇਅੰਤ ਠਾਕਰ ਤੇਰੀ ਗਤ ਨਹੀਂ ਪਾਈ, ਇਹ ਅੰਤ ਤੋਂ ਰਹਿਤ ਸੁਆਮੀ ਪਰਮਾਤਮਾ, ਇਹਨਾਂ ਸਾਰਿਆਂ ਨੇ ਤੇਰੀ ਗਤੀ ਰੀਤੀ ਮਰਿਆਦਾ ਨਹੀਂ ਪਾਈ ਹੈ। ਕਿਆ ਕਥੀਐ ਕਿਛ ਕਥਨ ਨ ਜਾਈ, ਇਹ ਜੋ ਕਥਾ ਹੈ ਇਹ ਤਾਂ ਇੱਕ ਬਹਾਨਾ ਹੈ ਵੀ ਸਾਡਾ ਗੁਜ਼ਾਰਾ ਨਹੀਂ ਹੁੰਦਾ, ਮਤਲਬ ਦਿਲ ਨਹੀਂ ਲੱਗਦਾ ਜੇ ਮਹਾਰਾਜ ਦੀ ਕਥਾ ਨਾ ਕਰੀਏ, ਇਹ ਨੇ ਵੀ ਆਪਾਂ ਨਾ ਕਰੀਏ ਤੇ ਮਹਾਰਾਜ ਦੀ ਕਥਾ ਅਧੂਰੀ ਹੈ। ਤੋ ਇਸ ਵਾਸਤੇ ਗੁਰੂ ਜੀ ਦੇ ਚਰਨਾਂ ਵਿੱਚ ਬੈਠਣ ਦਾ ਇੱਕ ਬਹਾਨਾ ਆਪਾਂ ਨੇ ਲਾਇਆ ਹੈ ਕਥਾ ਦਾ। ਇਹ ਨਹੀਂ ਵੀ ਕਥਾ ਸੰਗਤ ਨੂੰ ਆਉਂਦੀ ਨਹੀਂ, ਜਾਂ ਸਾਨੂੰ ਜੋ ਕੁਛ ਕਥਾ ਦੇ ਵਿੱਚ ਬੋਲਿਆ ਜਾ ਰਿਹਾ ਪਹਿਲਾਂ ਪਤਾ ਨਹੀਂ ਸੀਗਾ। ਇਹ ਮਹਾਰਾਜ ਦੇ ਗੁਣ ਹਨ, ਤੇ ਜਿਵੇਂ ਵੀ ਕੋਈ ਸ਼ਰਧਾ ਪਿਆਰ ਸੰਯੁਕਤ ਹੋ ਕੇ ਇਹਨੂੰ ਗਾਏਗਾ ਤੋ ਜਿੰਨਾ ਦਿਲ ਦੀ ਇਕਾਗਰਤਾ ਹੋਏਗੀ ਓਨਾ ਹੀ ਵੱਧ ਆਨੰਦ ਆਏਗਾ। ਤੇ ਬਾਕੀ ਜੇ ਕੋਈ ਕਹੇ ਕਿ ਮੈਂ ਕਥਾ ਕਰਤੀ ਹੈ, ਵਾਹਿਗੁਰੂ ਜੀ ਨੂੰ ਕਥਨ ਕਰ ਦਿੱਤਾ ਪੂਰਨ ਤੌਰ ਤੇ, ਇੰਜ ਪਹਿਲਾਂ ਵੀ ਨਹੀਂ ਹੋਇਆ। ਤੋ ਵੱਡੇ ਵੱਡੇ ਸੰਤ ਮਹਾਤਮਾ ਕਥਾ ਕਰਕੇ ਆਨੰਦ ਲੈ ਕੇ ਮਹਾਰਾਜ ਜੀ ਵਿੱਚ ਸਮਾ ਗਏ ਨੇ। ਇਹ ਤਾਂ ਮੱਛੀ ਤੇ ਪਾਣੀ ਦਾ ਸੰਬੰਧ ਹੈ, ਪਾਣੀ ਦਾ ਅੰਤ ਨਹੀਂ ਹੋ ਸਕਦਾ, ਮੱਛੀ ਆਨੰਦ ਜ਼ਰੂਰ ਲੈਂਦੀ ਹੈ। ਇਹ ਪੰਛੀ ਤੇ ਆਕਾਸ਼ ਦਾ ਸੰਬੰਧ ਹੈ, ਪੰਛੀ ਉਡਾਰੀ ਮਾਰ ਕੇ ਆਪਦੀ ਸਮਰੱਥਾ ਮੁਤਾਬਕ ਜਿੰਨੀ ਉਹਦੇ ਸ਼ਕਤੀ ਹੈ ਉਨੀ ਉੱਚੀ ਉੱਡ ਕਰਕੇ ਆਨੰਦ ਤਾਂ ਲੈ ਸਕਦਾ, ਪਰ ਆਕਾਸ਼ ਨੂੰ ਮਿਣ ਨਹੀਂ ਸਕਦਾ। ਹੇ ਪ੍ਰਮਾਤਮਾ, ਅਸੀਂ ਸ਼ਕਤੀ ਬਿਰਤੀ ਕਰਕੇ ਤੇਰੇ ਸਰੂਪ ਦੀ ਕੀ ਕਥਾ ਕਰੀਏ। ਜਹ ਜਹ ਦੇਖਾਂ ਤਹ ਰਹਿਆ ਸਮਾਈ, ਕਿਛ ਕਥਨ ਨ ਜਾਈ, ਸਾਡੇ ਕੋਲੋਂ ਤੇਰੇ ਸਰੂਪ ਬਾਰੇ ਕੁਝ ਵੀ ਕਥਨ ਵਰਣਨ ਨਹੀਂ ਕੀਤਾ ਜਾ ਸਕਦਾ। ਮੈਂ ਜਿੱਥੇ ਜਿੱਥੇ ਵੀ ਦੇਖਦਾ ਉੱਥੇ ਉੱਥੇ ਹੀ ਤੂੰ ਸਮਾ ਰਿਹਾ, ਵਿਆਪਕ ਹੋ ਰਿਹਾ ਹੈ। ਕਥ ਕਥ ਕਥੀ ਕੋਟੀ ਕੋਟ ਕੋਟ, ਸੋ ਕਰੋੜਾਂ ਹੀ ਕਥਾਕੜ ਹੋ ਕੇ ਪਹਿਲਾਂ ਕਥਾ ਕਰਕੇ ਤੁਰ ਗਏ, ਕਰੋੜਾਂ ਹੀ ਹੁਣ ਕਰ ਰਹੇ ਨੇ, ਪਰ ਅੰਤ ਨ ਅੰਤ ਸਦਾ ਬੇਅੰਤ। ਕਹੋ ਨਾਨਕ ਉੱਚੋ ਉੱਚਾ, ਤੇਰਾ ਸਰੂਪ ਬਹੁਤ ਉੱਚਾ ਹੈ ਜੋ ਸਾਡੀ ਸ਼ਕਤੀ ਬਿਰਤੀ ਵਿੱਚ ਨਹੀਂ ਆ ਸਕਦਾ, ਕਿਉਂਕਿ ਜਿੱਥੇ ਵੀ ਦੇਖਦੇ ਹਾਂ ਉੱਥੇ ਹੀ ਤੂੰ ਸਮਾ ਰਿਹਾ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ, ਜਹ ਮਹਾ ਭਿਆਨ ਦੁਖ ਜਮ ਸੁਣੀਐ, ਜਿੱਥੇ ਪਰਲੋਕ ਦੇ ਵਿੱਚ ਵੇਦਾਂ ਸ਼ਾਸਤਰਾਂ ਜਾਂ ਸੰਤਾਂ ਮਹਾਤਮਾ ਦੁਆਰਾ ਜਮਾਂ ਦਾ ਬਹੁਤ ਭਿਆਨਕ ਦੁੱਖ ਕਸ਼ਟ ਸੁਣੀਦਾ ਹੈ। ਤਹ ਮੇਰੇ ਪ੍ਰਭ ਤੂੰ ਹੈ ਸਹਾਈ, ਇਹ ਮੇਰੇ ਪ੍ਰਮਾਤਮਾ ਉੱਥੇ ਤੂੰ ਹੀ ਸਹਾਇਤਾ ਕਰਨੇ ਵਾਲਾ ਹੈ। ਜੈ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮ ਦਲ, ਤੈ ਕੇਵਲ ਨਾਮ ਸੰਗ ਤੀਰੈ ਚੱਲੈ। ਜੇ ਮੁਸ਼ਕਿਲ ਹੋਵੇ ਅਤ ਭਾਰੀ, ਹਰ ਕੋ ਨਾਮ ਕਿਨ ਮਾਹੀ ਉਧਾਰੀ। ਸੋ ਜਿੱਥੇ ਬਹੁਤ ਦੁੱਖ ਤੇ ਕਸ਼ਟ ਹੈ ਉਥੇ ਤੇਰੀ ਸਹਾਇਤਾ ਹੁੰਦੀ ਹੈ। ਸਰਨ ਪਰਿਉ ਹਰ ਚਰਨ ਗਹੇ ਪ੍ਰਭ, ਇਹ ਪ੍ਰਮਾਤਮਾ ਅਸੀਂ ਤੇਰੀ ਓਟ ਵਿੱਚ ਪਏ ਹਾਂ। हे ਪ੍ਰਮਾਤਮਾ, ਅਸੀਂ ਤੇਰੇ ਅਧਿਸ਼ਟਾਨ ਰੂਪੀ ਜਿਹੜੇ ਚਰਨ ਨੇ ਉਹ ਪਕੜਨਾ ਕੀਤੇ ਹਨ। ਗੁਰੂ ਨਾਨਕ ਕਾ ਬੋਝ ਬੁਝਾਈ, ਸਤਿਗੁਰੂ ਅਰਜਨ ਦੇਵ ਮਹਾਰਾਜ ਕਥਨ ਕਰਦੇ ਨੇ,
ਕਿ ਸਾਨੂੰ ਜਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖਿਆ ਸਮਝਾਈ ਹੈ। ਬਿਲਾਵਲ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਬਿਲਾਵਲ ਰਾਗ ਅੰਦਰ ਫਰਮਾਨ ਕਰਦੇ ਹਨ। ਕਿਤ ਵਿਧੀਆਂ ਕਿਤ ਸੰਜਮ ਪਾਈਐ। ਇਹ ਪੰਕਤੀਆਂ ਸਾਧ ਸੰਗਤ ਜੀ ਰਹਾਉ ਵਾਲੀਆਂ ਹਨ। ਆਰੰਭ ਵਾਲੀਆਂ ਬਾਅਦ ਵਿੱਚ ਕਥਾ ਕਰਾਂਗੇ, ਕਿਉਂਕਿ ਜਿਹੜੇ ਰਾਗੀ ਸਿੰਘ ਹੁੰਦੇ ਨੇ ਉਹਨਾਂ ਦਾ ਸੰਬੰਧ ਵੀ ਰਹਾਉ ਨਾਲ ਹੁੰਦਾ ਹੈ। ਸ਼ਬਦ ਦਾ ਸਿਧਾਂਤ ਰਹਾਉ ਵਿੱਚ ਹੁੰਦਾ ਹੈ। ਉਹ ਰਹਾਉ ਦੀ ਪੰਕਤੀ ਦੀ ਸਥਾਈ ਰੱਖ ਕੇ ਉਹਨੂੰ ਬਾਰ-ਬਾਰ ਗਾਉਂਦੇ ਨੇ ਤੇ ਬਾਕੀ ਜੋ ਸ਼ਬਦ ਹੈ ਉਹਦਾ ਅੰਤਰਾ ਬਣਾਉਂਦੇ ਨੇ। ਕਥਾ ਦੇ ਵਿੱਚ ਵੀ ਕਈ ਵਾਰ ਸ਼ਬਦ ਦੇ ਅਰਥ ਰਹਾਉ ਤੋਂ ਉਠਾਉਣੇ ਪੈਂਦੇ ਹਨ। ਇਹ ਰਹਾਉ ਵਾਲੀਆਂ ਪੰਕਤੀਆਂ ਤੋਂ ਅਰਥ ਉੱਠਣਗੇ ਕਿ ਹੇ ਸੰਤ ਜਨੋ, ਕਿਸ ਵਿਧੀ ਤੇ ਕਿਸ ਸੰਜਮ ਉਦਮ ਸਾਧਨ ਕਰਕੇ ਪ੍ਰਭੂ ਪਰਮਾਤਮਾ ਨੂੰ ਪ੍ਰਾਪਤ ਕਰੀਦਾ ਹੈ। ਇਹ ਸਵਾਲ ਹੈ। ਕਾਹੋ ਸੁਰਜਨ ਕਿਤ ਜੁਗਤੀ ਧਿਆਈਐ। ਇਹ ਸ੍ਰੇਸ਼ਟ ਜਨੋ ਸੰਤ ਮਹਾਤਮੋ, ਦੱਸੋ ਖਾਂ ਕਿ ਕਿਸ ਜੁਗਤੀ ਤਰੀਕੇ ਨਾਲ ਪ੍ਰਭੂ ਨੂੰ ਧਿਆਉਣਾ ਕਰੀਏ, ਉਹਦਾ ਸਿਮਰਨ ਕਰੀਏ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਹਨ। ਇਹ ਰਹਾਉ ਵਾਲੀ ਪੰਕਤੀ ਹੈ। ਹੁਣ ਸ਼ਬਦ ਨੂੰ ਆਰੰਭ ਤੋਂ ਸੁਣੋ ਜੀ। ਅਗਮ ਰੂਪ ਅਬਨਾਸੀ ਕਰਤਾ। ਪਹਿਲੇ ਸਵਾਲ ਦਾ ਉੱਤਰ ਦਿੰਦੇ ਨੇ ਕਿਤ ਸੰਜਮ ਪਾਈਐ। ਇਹ ਭਾਈ ਜੋ ਕਰਤਾ ਪੁਰਖ ਅਗਮ ਗਮਤਾ ਤੋਂ ਰਹਿਤ, ਅਬਨਾਸੀ ਨਾਸ਼ ਤੋਂ ਰਹਿਤ ਸਰੂਪ ਅਤੇ ਆਦਤ ਪਵਿੱਤਾ ਇਕ ਨਿਮਖ ਜਪਾਈਐ। ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਉਸ ਨੂੰ ਇੱਕ ਅੱਖ ਦੇ ਝਮਕਣ ਜਿੰਨੇ ਸਮੇਂ 'ਚ ਉਦਮ ਕਰਕੇ ਜਪਣਾ ਕਰੋ, ਸਿਮਰਨ ਕਰੋ, ਜਾਂ ਨਿਮਖ ਕਾਲ ਮਨ ਨੂੰ ਉਹਦਾ ਨਾਮ ਜਪਾਈਏ। ਇਹੀ ਉਸ ਪ੍ਰਭੂ ਦੇ ਪਾਉਣ ਦਾ ਸੰਜਮ ਸਾਧਨ ਹੈ। ਹੋਰ ਕੋਈ ਜੁਗਤੀ ਨਹੀਂ ਹੈ ਕਿ ਜਿਹਦੇ ਨਾਲ ਉਹ ਪਾਇਆ ਜਾ ਸਕਦਾ ਹੋਵੇ। ਹੁਣ ਕਿਤ ਵਿਧੀ ਹੈ ਦਾ ਉੱਤਰ ਦਿੰਦੇ ਨੇ। ਅਚਰਜ ਸੁਨਿਓ ਪਰਤਾਪ ਭੇਟ ਲੇ। ਕਿੱਥੇ ਅਚਰਜ ਸੁਨਿਓ ਪ੍ਰਾਪਤ ਭੇਟ ਲੇ। ਇਹ ਭਾਈ ਅਸੀਂ ਸੁਣਿਆ ਕਿ ਸੰਤ ਜਨ ਅਚਰਜ ਰੂਪ ਪਰਮਾਤਮਾ ਦੇ ਨਾਲ ਮਿਲੇ ਹੋਏ ਹਨ। ਉਹਨਾਂ ਨਾਲ ਪ੍ਰਾਪਤ ਮਿਲਾਪ ਕਰੀਏ, ਸੰਤਾਂ ਦੀ ਪ੍ਰਾਪਤੀ ਕਰੀਏ ਜਿਹੜੇ ਵਾਹਿਗੁਰੂ ਜੀ ਨਾਲ ਮਿਲੇ ਹੋਏ ਹਨ। ਇਹੀ ਵਿਧੀ ਹੈ। ਵਿੱਚ ਸੰਗਤ ਹਰਿ ਪ੍ਰਭ ਵਸੈ ਜੀਓ। ਇਸ ਵਿਧੀ ਨਾਲ ਹੀ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ। ਸੰਤ ਚਰਨ ਚਰਨ ਮਨ ਲਾਈਐ। ਉਹਨਾਂ ਸੰਤ ਜਨਾਂ ਦੇ ਜਿਹੜੇ ਚਰਨ ਪੂਜਨੀਕ ਚਰਨ ਕਮਲ ਨੇ, ਉਹਨਾਂ ਨਾਲ ਆਪਦੇ ਮਨ ਨੂੰ ਲਾਈਏ। ਇਹੀ ਉਸ ਪ੍ਰਭੂ ਨੂੰ ਪਾਉਣ ਦੀ ਵਿਧੀ ਹੈ। ਹੋਰ ਕੋਈ ਦੂਜਾ ਤਰੀਕਾ ਨਹੀਂ ਹੈ। ਕਿਉਂਕਿ ਜਿੰਨੀ ਲੋੜ ਹੁੰਦੀ ਹੈ ਇੰਨਾ ਆਪਾਂ ਪ੍ਰਭੂ ਦਾ ਨਾਮ ਜਪ ਨਹੀਂ ਸਕਦੇ, ਨਾ ਸਾਥੋਂ ਸੇਵਾ ਹੋ ਸਕਦੀ ਹੈ। ਤੇ ਇਸ ਲਈ ਜਿਹੜੇ ਬਖਸ਼ੇ ਹੋਏ ਹਨ, ਜਿਨ੍ਹਾਂ ਨੇ ਵਾਹਿਗੁਰੂ ਦੀ ਖੁਸ਼ੀ ਲਈ ਹੋਈ ਹੈ, ਐਸੇ ਸੰਤਾਂ ਦੇ ਨਾਲ ਆਪਦੇ ਆਪ ਨੂੰ ਮਿਲਾਉਣਾ ਕਰੀਏ। ਕਿਤ ਵਿਧੀਆਂ ਕਿਤ ਸੰਜਮ ਪਾਈਐ। ਜਿਹੜਾ ਸਵਾਲ ਹੈ ਕਿ ਕਿਸ ਵਿਧੀ ਨਾਲ ਪਾਈਦਾ, ਉਹਦਾ ਉੱਤਰ ਪਹਿਲੀ ਪੰਕਤੀ 'ਚ ਆ ਗਿਆ ਕਿ ਸੰਤਾਂ ਦੇ ਚਰਨਾਂ ਦੇ ਨਾਲ ਆਪਦੇ ਮਨ ਨੂੰ ਲਾਓ ਤੇ ਜਿੱਥੇ ਵੀ ਸੰਤ ਪ੍ਰਾਪਤ ਹੋਣ ਉਹਦੇ ਨਾਲ ਆਪ ਨੂੰ ਉਹਨਾਂ ਦੇ ਨਾਲ ਪ੍ਰਾਪਤ ਮਿਲਣਾ ਕਰੋ। ਇਹੀ ਵਿਧੀ ਹੈ। ਸੰਜਮ ਦਾ ਉੱਤਰ ਵੀ ਆ ਗਿਆ ਕਿ ਜਿਹੜਾ ਅਗਮ ਰੂਪ ਅਬਨਾਸੀ ਕਰਤਾ ਹੈ, ਪਤਿਤ ਪਵਿੱਤ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ, ਇੱਕ ਅੱਖ ਖੋਲਣ ਦੇ ਝਮਕਣ ਜਿਹਨੇ ਸਮੇਂ 'ਚ ਵੀ ਉਹਦਾ ਨਾਮ ਨਾ ਵਿਸਾਰੋ। ਅੱਠੇ ਪੈਰ ਉਸ ਵਾਹਿਗੁਰੂ ਦਾ ਸਿਮਰਨ ਕਰੋ। ਇਹ ਸੰਜਮ ਦੇ ਨਾਲ ਹੀ ਪ੍ਰਭੂ ਨੂੰ ਪਾਇਆ ਜਾ ਸਕਦਾ। ਇਹ
ਇਹ ਦੋਵੇਂ ਉੱਤਰ ਆ ਗਏ ਹਨ। ਕਹੋ ਸੂਰਜਨ ਕਿਤ ਜੁਗਤੀ ਥਿਆਈਐ। ਤੋ ਇਹ ਜਿਹੜਾ ਸਵਾਲ ਹੈ ਕਿ ਕਿਸ ਤਰੀਕੇ ਦੇ ਨਾਲ ਸਿਮਰਨ ਕਰੀਏ, ਇਹ ਸੰਤ ਜਨੋ ਸਾਨੂੰ ਦੱਸੋ ਕਿ ਉਸ ਪ੍ਰਭੂ ਨਾਲ ਕਿਸ ਜੁਗਤੀ ਦੇ ਸਹਿਤ ਸਾਂਝ ਪਾਈਏ, ਕਿਹੜੀ ਜੁਗਤੀ ਹੈ, ਕਿਹੜਾ ਤਰੀਕਾ ਹੈ ਜਿਹਦਾ ਵਰਤ ਕੇ ਆਪਾਂ ਉਹਦਾ ਸਿਮਰਨ ਕਰੀਏ। ਕਿਉਂਕਿ ਆਪਾਂ ਪਖੰਡੀ ਸਾਧੂਆਂ ਸੰਤਾਂ ਦੇ ਕੋਲ ਜਿਹੜੇ ਕੇਵਲ ਆਪਦੇ ਗੁਜ਼ਾਰੇ ਵਾਸਤੇ ਹੀ ਲੋਕਾਂ ਦਾ ਇਕੱਠ ਕਰਦੇ ਨੇ, ਉਹਨਾਂ ਨੂੰ ਜਾ ਕੇ ਪੁੱਛਦੇ ਹਾਂ ਬਾਬਾ ਜੀ ਸਾਨੂੰ ਕੋਈ ਜੁਗਤੀ ਦਿਓ, ਕੋਈ ਸਾਡੇ ਤੇ ਮੰਤਰ ਮਾਰੋ, ਤੇ ਉਹ ਭੋਲੇ ਭਾਲੇ ਲੋਕਾਂ ਨੂੰ ਠੱਗ ਲੈਂਦੇ ਨੇ, ਵਰਗ ਲਾ ਕੇ ਉਹਨਾਂ ਦਾ ਸ਼ੋਸ਼ਣ ਕਰਦੇ ਹਨ, ਮਾਇਕੀ ਤੌਰ ਤੇ ਸਰੀਰਕ ਤੌਰ ਤੇ, ਸਮਾਜਿਕ ਤੌਰ ਤੇ, ਮੈਂਟਲੀ ਤੌਰ ਤੇ ਵੀ। ਤੇ ਇਸ ਵਾਸਤੇ ਕਿਤੇ ਸਾਨੂੰ ਜਾਣ ਦੀ ਲੋੜ ਨਾ ਪਏ, ਆਪਾਂ ਗੁਰੂ ਜੀ ਦੇ ਚਰਨਾਂ ਦੇ ਵਿੱਚ ਗੁਰਦੁਆਰਾ ਸਾਹਿਬ ਆਈਏ, ਜਿੱਥੇ ਕਿ ਸੁਤੇ ਸਿੱਧੀ ਹੀ ਗੁਰੂ ਦੇ ਪਿਆਰ ਵਾਲੀ ਸੰਗਤ ਹੁੰਦੀ ਹੈ। ਨਹੀਂ ਸਵਾਲ ਦਾ ਉੱਤਰ ਮਿਲਦਾ ਤੇ ਕਿਸੇ ਨੂੰ ਬਾਂਹ ਤੋਂ ਫੜ ਕੇ ਪੁੱਛ ਲਈਏ, ਜਿਹਨੂੰ ਮਰਜ਼ੀ ਪੁੱਛ ਲਈਏ, ਸਾਰੇ ਸਿਆਣੀ ਨੇ। ਉਹਨਾਂ ਸਾਧੂਆਂ ਸੰਤਾਂ ਦਾ ਆਮ ਗੁਰਦੁਆਰੇ ਦਾ ਭਜੰਗੀ ਜਿਹੜਾ ਹੈ ਉਹੀ ਸਿਆਣਪ ਰੱਖਦਾ ਹੈ। ਹਮ ਹੋਵੇ ਹੈ ਲਾਲੇ ਗੋਲੇ ਗੁਰ ਸਿੱਖਾਂ ਗੇ, ਜਿਨੀ ਅਣਦਿਨ ਹਰ ਹਰ ਪੁਰਖ ਤੇ ਆਇਆ, ਗੁਰ ਕੇ ਸਿੱਖ ਸਤਿਗੁਰੂ ਤੇ ਆਇਆ। ਜਿਨ੍ਹਾਂ ਗੁਰ ਸਿੱਖਾਂ ਨੇ ਗੁਰੂ ਸਾਹਿਬ ਦੀ ਖੁਸ਼ੀ ਲਈ ਹੈ, ਜੇ ਤੋਂ ਮਰਜ਼ੀ ਸਵਾਲ ਪੁੱਛ ਕੇ ਉੱਤਰ ਲੈ ਲਓ ਤੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੋ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਕਹਿੰਦੇ ਹੀ ਨਹੀਂ, ਤੇ ਜਦ ਮਹਾਰਾਜ ਉੱਤਰ ਦਿੰਦੇ ਨੇ ਉਹ ਆਪਾਂ ਸੁਣਦੇ ਹੀ ਨਹੀਂ, ਤੇ ਫਿਰ ਸਾਨੂੰ ਇੱਧਰ ਉੱਧਰ ਭਟਕਣ ਦੀ ਲੋੜ ਪੈ ਜਾਂਦੀ ਹੈ। ਜਿਹੜਾ ਅੰਮ੍ਰਿਤਧਾਰੀ ਗੁਰੂ ਦਾ ਸਿੱਖ ਘੱਟੋ ਘੱਟ 5 ਬਾਣੀਆਂ ਦਾ ਨਿਤਨੇਮੀ ਹੈ, ਉਹਦੇ ਮਨ 'ਚ ਸਵਾਲ ਉੱਠਦਾ ਹੀ ਨਹੀਂ। ਜੇ ਉੱਠਦਾ ਹੈ ਤਾਂ ਗੁਰਦੁਆਰੇ ਆਉਂਦਿਆਂ ਹੀ ਬੋਰਡ ਦੇ ਉੱਪਰ ਉਹਦਾ ਉੱਤਰ ਲਿਖਿਆ ਹੋਊਗਾ, ਹੁਕਮਨਾਮਾ ਪੜ੍ਹੋ। ਨਾ ਉਹਦਾ ਉੱਤਰ ਮਿਲਿਆ ਤਾਂ ਕੀਰਤਨ 'ਚ ਕੋਈ ਨਾ ਕੋਈ ਪੰਕਤੀ ਚੱਲਦੀ ਹੋਊਗੀ। ਜੇ ਕੁਛ ਵੀ ਨਾ ਹੋਏ ਤੇ ਮਹਾਰਾਜ ਨੇ ਕੋਈ ਬੰਦਾ ਅੱਗੇ ਖਿਲਾਰਿਆ ਹੋਊਗਾ ਜਿਹੜਾ ਤੁਹਾਨੂੰ ਆਉਂਦਿਆਂ ਹੀ ਦੱਸ ਦਊਗਾ। ਸੰਗਤ ਦੇ ਦਰਸ਼ਨ ਕਰਕੇ 100 ਦੇ ਵਿੱਚੋਂ 90 ਸਵਾਲਾਂ ਦੇ ਉੱਤਰ ਆਪਣੇ ਆਪ ਹੀ ਮਿਲ ਜਾਂਦੇ ਨੇ, ਬਾਕੀ ਜਿਹੜੇ ਦੱਸ ਰਹਿੰਦੇ ਨੇ। ਤੇ ਜੇ ਸਾਡੀ ਮਨ ਦੀ ਅਵਸਥਾ ਇਕਾਗਰਤਾ ਵਾਲੀ ਹੋਏ ਤਾਂ ਸਭ ਕੁਛ ਗੁਰੂ ਘਰ ਵਿੱਚੋਂ ਮਿਲ ਸਕਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਨਾ ਪੜ੍ਹਦੇ ਹਾਂ, ਨਾ ਸੁਣਦੇ ਹਾਂ, ਨਾ ਵਿਚਾਰਦੇ ਹਾਂ। ਉਹ ਮਹਾਰਾਜ ਫਰਮਾਨ ਕਰਦੇ ਨੇ, ਕਹੋ ਸੁਰਜਨ ਕਿਤ ਜੁਗਤੀ ਧਿਆਈ ਹੈ। ਇਹ ਸ੍ਰੇਸ਼ਟ ਸੰਤ ਜਨੋ, ਇਹ ਗੁਰੂ ਸਾਹਿਬ ਜੀ, ਬਾਬਾ ਬੁੱਢਾ ਸਾਹਿਬ ਜੀ ਵਰਗੇ ਮਹਾਤਮਾ ਜੋ ਗੁਰੂ ਘਰ ਦੇ ਵਿੱਚ ਸਾਰੀ ਉਮਰ ਸੇਵਾ ਨਿਭਾਉਂਦੇ ਰਹੇ, ਸੋ ਐਸੇ ਗੁਰਮੁਖਾਂ ਨੂੰ ਬੇਨਤੀ ਕਰੀਏ ਕਿ ਦੱਸੋ ਕਿਤ ਜੁਗਤੀ ਧਿਆਈ ਹੈ, ਕਿਹੜੀ ਜੁਗਤੀ ਹੈ। ਸਾਡਾ ਮਨ ਨਹੀਂ ਟਿਕਦਾ ਜੀ, ਕਿਵੇਂ ਧਿਆਉਣਾ ਕਰੀਏ ਪ੍ਰਮਾਤਮਾ ਨੂੰ। ਤਾਂ ਇਹ ਰਹਾਉ ਵਾਲੀਆਂ ਪੰਕਤੀਆਂ ਜਿਹਦੇ ਸਵਾਲ ਨੇ ਅੱਗੇ ਉੱਤਰ ਬਖਸ਼ਦੇ ਹਨ। ਜੋ ਮਨੁੱਖ ਕੀ ਸੇਵਾ। ਹੇ ਭਾਈ, ਜਿਵੇਂ ਜਿਹੜਾ ਕੋਈ ਮਨੁੱਖ ਕਿਸੇ ਹੋਰ ਲੋੜਵੰਦ ਮਨੁੱਖ ਦੀ ਸੇਵਾ ਟਹਿਲ ਕਰਦਾ ਹੈ, ਉਹ ਤਿਸ ਕੀ ਲਈ ਲਈ ਫਨ ਜਾਈਆ। ਭਾਵ ਕਿਸੇ ਪਿਆਸੇ ਨੂੰ ਪਾਣੀ ਤੇ ਭੁੱਖੇ ਨੂੰ ਰੋਟੀ ਖਵਾਉਂਦਾ, ਤਦ ਉਹ ਲੋੜਵੰਦ ਉਸ ਮਨੁੱਖ ਦੀ ਕੀਤੀ ਸੇਵਾ ਦੀ ਪ੍ਰਤੀ ਪ੍ਰੀਤੀ ਭਾਵਨਾ ਫਿਰ ਲਈ ਹੀ ਲਈ ਜਾਂਦਾ, ਭਾਵ ਉਹਦਾ ਉਪਕਾਰ ਚੇਤੇ ਰੱਖਦਾ ਹੈ। ਜਿਵੇਂ ਕਿਸਾਨਾਂ ਦਾ ਧਰਨਾ ਦਿੱਲੀ ਮੋਰਚਾ ਲੱਗਾ ਹੋਇਆ, ਉਹ ਵਿਚਾਰੇ ਸੜਕਾਂ 'ਤੇ ਬੈਠੇ ਮੋਦੀ ਦੀ ਜਾਨ ਨੂੰ ਰੋ ਰਹੇ ਨੇ, ਉਹਦਾ ਸਿਆਪਾ ਕਰ ਰਹੇ ਨੇ, ਪਰ ਉਹਦੇ ਕੰਨ 'ਤੇ ਜੂੰ ਨਹੀਂ ਸਰਕਦੀ। ਕਿੰਨਾ ਢੀਠ ਬੰਦਾ। ਅਮਰੀਕਾ ਤੱਕ, ਦੁਬਈ ਤੱਕ, ਇੰਗਲੈਂਡ ਤੱਕ ਧੁੰਮਾਂ ਪੈ ਗਈਆਂ, ਉਹਨਾਂ ਦੀ ਆਵਾਜ਼ ਵਿਚਾਰਿਆਂ ਦੀ ਉਹਨਾਂ ਤਾਂ ਸੁਣ ਲਈ, ਸਾਰੇ ਲਾਹਨਤਾਂ ਪਾ ਰਹੇ ਨੇ। ਕਿਸੇ ਨੂੰ ਬੰਦਾ ਮਾਰੀ ਜਾਏ ਤਾਂ ਚੰਗਾ, ਹੋਰ ਆਪਾਂ ਕੀ ਕਹਿ ਸਕਦੇ ਹਾਂ ਗੁਰਦੁਆਰੇ ਬਹਿ ਕੇ, ਕਹਿਣਾ ਤਾਂ ਨਹੀਂ ਚਾਹੀਦਾ। ਤੇ ਪਰ ਜੇ ਇੰਨੀ ਦੁਨੀਆ ਦੁਖੀ ਹੈ ਇੱਕ ਬੰਦੇ ਕਰਕੇ, ਤੇ ਉਹਦੀ ਲੋੜ ਵੀ ਫਿਰ ਕੀ ਹੈ। ਤੇ ਇਸ ਵਾਸਤੇ ਬੰਦਾ ਗੱਲ ਤਾਂ ਸੁਣੇ। ਕਿੱਥੋਂ ਕਿੱਥੋਂ ਵੇਖੋ
ਬਦਾਮ ਆ ਰਹੇ ਨੇ ਤੇ ਕਿਤੋਂ ਕਿਤੋਂ ਕੰਬਲ ਭੇਟਾ ਹੋ ਰਹੇ ਨੇ, ਕਿੱਥੋਂ ਕਿੱਥੋਂ ਮਾਇਆ ਦੀ ਸੇਵਾ ਹੋ ਰਹੀ ਹੈ। ਕਈ ਵਿਚਾਰੇ ਚੜ੍ਹਾਈ ਹੋਈ ਕਰ ਗਏ ਤੇ ਬਾਹਰਲੇ ਸਿੱਖ ਉਹਨਾਂ ਦੀ ਸਪੋਰਟ ਕਰ ਰਹੇ ਨੇ, ਉਹਨਾਂ ਦੇ ਪਰਿਵਾਰ ਨੂੰ ਉਹਨਾਂ ਮਾਇਆ ਦੀ ਗ੍ਰਾਂਟ ਲਾਈ ਹੋਈ ਹੈ। ਤੇ ਸਾਡੇ ਬੰਦੇ ਵੇਖੋ ਇੱਕ ਗੱਲ ਸੁਣਨ ਨੂੰ ਤਿਆਰ ਨਹੀਂ ਅੱਜ ਤੱਕ। ਤਾਈਓ ਸਾਡਾ ਬੇੜਾ ਬਹਿੰਦਾ ਬਹਿੰਦਾ ਬੈਠ ਹੀ ਗਿਆ। ਇੰਡੀਆ ਤਰੱਕੀ ਕਿਉਂ ਨਹੀਂ ਕਰ ਰਿਹਾ? ਸਭ ਦੁਨੀਆ ਵੇਖੋ ਕਿੱਥੇ ਪਹੁੰਚ ਗਈ। ਕੋਈ ਮੰਗਲ ਤੇ ਤੁਰਿਆ ਫਿਰਦਾ, ਕੋਈ ਬੁੱਧ ਤੇ ਤੁਰਿਆ ਫਿਰਦਾ। ਆ ਦੁਬਈ ਵਾਲਿਆਂ ਸਮੁੰਦਰ 'ਚ ਹੀ ਬਿਲਡਿੰਗਾਂ ਬਣਾਤੀਆਂ, ਕਹਿੰਦੇ ਜਗ੍ਹਾ ਮੁੱਕ ਗਈ, ਸਭ ਚਾੜ ਕੇ ਉੱਤੇ ਚੰਦਰਮਾ ਤੇ ਭੇਜ ਦੇਣੇ। ਇੰਨੀ ਡਿਵੈਲਪਮੈਂਟ ਚੰਦਰਾਂ ਤੇ ਹੋ ਗਈ ਤੇ ਆਪਾਂ ਜੇ ਘਰੋਂ ਹੀ ਨਹੀਂ ਨਿਕਲੇ। ਇਹੀ ਕਾਰਨ ਹੈ। ਤੇ ਇਸ ਵਾਸਤੇ ਜਿਹੜੇ ਲੋੜਵੰਦ ਗਰੀਬ ਕਿਸਾਨ ਦੁਨੀਆ ਦਾ ਢਿੱਡ ਭਰਦੇ ਨੇ, ਉਹ ਵਿਚਾਰੇ ਮੁਸ਼ਕਿਲ ਦੇ ਵਿੱਚ ਪਏ ਰੌਲਾ ਪਾ ਰਹੇ ਨੇ। ਪਰ ਜੋ ਜਿਨ੍ਹਾਂ ਨੂੰ ਸੁਣਨਾ ਚਾਹੀਦਾ ਸੁਣਨ ਲਈ ਤਿਆਰ ਨਹੀਂ, ਆਮ ਲੋਕ, ਸੋ ਉਹਨਾਂ ਦੀ ਮਦਦ ਦੇ ਵਿੱਚ ਹਾਜ਼ਰ ਹਨ। ਇਉਂ ਬੰਦਾ ਉਹੀ ਹੈ ਜਿਹੜਾ ਬੰਦੇ ਦੇ ਕੰਮ ਆਉਂਦਾ ਹੈ, ਜਿਹੜਾ ਕਿਸੇ ਦੇ ਪਰਉਪਕਾਰ, ਕਿਸੇ ਦੀ ਲੋੜ ਪੂਰੀ ਕਰਦਾ, ਨਹੀਂ ਤਾਂ ਕੋਈ ਲਾਭ ਨਹੀਂ ਹੈ। ਸਾਨੂੰ ਸਾਡੀਆਂ ਗੱਡੀਆਂ, ਮੋਟਰਾਂ, ਕਾਰੋਬਾਰ, ਮਾਇਆ, ਤੇਲਾ ਪਦਾਰਥ ਮੁਬਾਰਕ ਹੋਣ, ਪਰ ਇਹ ਸਫਲਤਾ ਨੇ ਜੇ ਕਿਸੇ ਦੀ ਲੋੜ ਪੂਰੀ ਕਰਨ। ਤਾਂ ਇਸ ਲਈ ਜੇ ਕੁਛ ਵੀ ਨਹੀਂ ਆਪਾਂ ਕਰ ਸਕਦੇ ਤਾਂ ਉਹਨਾਂ ਕਿਸਾਨਾਂ ਦੀ ਅਰਦਾਸ ਤਾਂ ਕਰ ਹੀ ਸਕਦੇ ਹਾਂ। ਸ਼ਬਦ ਪੜ੍ਹ ਕੇ ਗੌੜੀ ਮਹੱਲਾ ਪੰਜਵਾ, ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਮਾਰੇ ਕਹਿੰਦੇ ਘਰ ਬੈਠੋ ਤੁਹਾਡੇ ਕੰਮ ਸਵਾਰਾਂਗੇ। ਉਹ ਤੇ ਵਿਚਾਰੇ ਸੜਕਾਂ ਤੇ ਨੇ। ਉਹਨਾਂ ਦਾ ਮਹਾਰਾਜ ਆਵਾਜ਼ ਸੁਣੇ, ਉਹਨਾਂ ਦੀ ਮੁਸ਼ਕਲ ਹੱਲ ਕਰੇ। ਇਉਂ ਸ਼ਬਦ ਦਾ ਜਾਪ ਕਰਕੇ ਪ੍ਰਭੂ ਨੂੰ ਪੁਕਾਰ ਕਰਨੀ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਰਹਾਓ ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰਖੀ ਕਰਤਾਰੇ। ਬਾਦਸ਼ਾਹ ਸਾਹ ਸਭ ਵਸ ਕਰ ਦੀਨੇ, ਅੰਮ੍ਰਿਤ ਨਾਮ ਮਹਾਰਸ ਪੀਨੇ। ਨਿਰਭਉ ਹੋਏ ਭਜੋ ਭਗਵਾਨ, ਸਾਧ ਸੰਗਤ ਮਿਲ ਕੀਨੋ ਦਾਨ। ਸਰਣ ਪਰੇ ਪ੍ਰਭ ਅੰਤਰ ਜਾਮੀ, ਨਾਨਕ ਓਟ ਪਕਰੀ ਪ੍ਰਭ ਸੁਆਮੀ। ਤੋ ਇਸ ਲਈ ਜਿਵੇਂ ਕੋਈ ਮਨੁੱਖ ਕਿਸੇ ਮਨੁੱਖ ਦੀ ਸੇਵਾ ਕਰਦਾ, ਉਹ ਮਨੁੱਖ ਦਾ ਪਰਉਪਕਾਰ ਸਾਰੀ ਉਮਰ ਯਾਦ ਰੱਖਦਾ, ਉਹਦੇ ਸੋਹਲੇ ਗਾਉਂਦਾ ਵੀ ਇਹਨੇ ਮੇਰੀ ਲੋੜ ਪੂਰੀ ਕੀਤੀ ਸੀ। ਇਸੇ ਪ੍ਰਕਾਰ ਜਿਹੜਾ ਪਰਮਾਤਮਾ ਹੈ ਉਹਨੇ ਸਾਡੇ ਤੇ ਪਰਉਪਕਾਰ ਕੀਤਾ ਹੈ। ਭਾਵ ਮਾਤਾ ਦੇ ਗਰਭ ਦੇ ਵਿੱਚ ਸਾਡੀ ਰੱਖਿਆ ਕੀਤੀ ਹੈ, ਔਰ ਸਭ ਨਾਲੋਂ ਅਮੋਲਕ ਮਨੁੱਖਾਂ ਦੀ ਹੀ ਬਖਸ਼ਿਸ਼ ਕੀਤੀ ਹੋਈ ਹੈ। ਕਹਿੰਦੇ ਨੇ ਜਦ ਵਾਹਿਗੁਰੂ ਜੀ ਨੇ ਸਭ ਕਿਛ ਗੋਬਿੰਦ ਨੇ ਦਿਆ, ਜੋ ਦੀਨੀ ਮਾਨੁਖ ਦੇ। ਤੇ ਹਰੀ ਦੀ ਸੇਵਾ ਤੇ ਭਜਨ ਕਰਕੇ ਇਹਨੂੰ ਸਫਲ ਕਰ ਲੇ। ਭਾਈ ਮਰਦਾਨੇ ਨੂੰ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਇਹੀ ਗੱਲ ਸਮਝਾਈ ਕਿ ਮਰਦਾਨਾ ਜੀ, ਸਭ ਕੁਛ ਹੀ ਵਾਹਿਗੁਰੂ ਨੇ ਦੇ ਦਿੱਤਾ ਸਾਨੂੰ। ਜੇ ਮਨੁੱਖਾ ਜਨਮ ਦੇ ਦਿੱਤਾ, ਬੰਦਾ ਬਣਾਤਾ, ਪਿੱਛੇ ਕੁਛ ਨਹੀਂ ਰੱਖਿਆ। ਹੱਥ ਦੇ ਦਿੱਤੇ, ਪੈਰ ਦੇ ਦਿੱਤੇ, ਅਸੀਂ ਸਭ ਕੁਛ ਕਰ ਸਕਦੇ ਹਾਂ। ਤੇ ਇਸ ਲਈ ਉਹਦੀ ਸੇਵਾ ਕਰਕੇ ਤੇ ਉਹਦਾ ਸਿਮਰਨ ਕਰਕੇ ਆਪਣੇ ਮਨੁੱਖਾ ਜਨਮ ਨੂੰ ਸਫਲਾ ਬਣਾਓ। ਇਹ ਉਹਨੇ ਬਖਸ਼ਿਸ਼ ਕੀਤੀ ਹੈ। ਇਹ ਦੇਹ ਜੋ ਹੈ ਗੋਡ ਗਿਫਟ ਹੈ। ਉਹਦੀ ਪ੍ਰੀਤੀ ਭਾਵਨਾ ਸਦਾ ਹੀ ਮਨ ਦੇ ਵਿੱਚ ਰੱਖੀਏ। ਜਿਵੇਂ ਮਨੁੱਖ ਦੂਜੇ ਮਨੁੱਖ ਦੀ ਕੀਤੀ ਸੇਵਾ ਨੂੰ ਭੁਲਾਉਂਦਾ ਨਹੀਂ, ਤਿਵੇਂ ਪਰਮਾਤਮਾ ਕਿਸੇ ਦੁਆਰਾ ਕੀਤੀ ਟਹਿਲ ਭਗਤੀ ਨੂੰ ਅਜਾਈ ਨਹੀਂ ਜਾਣ ਦਿੰਦਾ, ਭਾਵ ਉਹਦਾ ਜ਼ਰੂਰ ਫਲ ਬਖਸ਼ਦਾ ਹੈ। ਸੋ ਸਵਾਲ ਸੀਗਾ ਕਿ ਕਿਤ ਜੁਗਤੀ ਧਿਆਈ ਹੈ, ਕਹੋ ਸੁਰਜਨ ਕਿਤ ਜੁਗਤੀ ਧਿਆਈ ਹੈ। ਇਹ ਸੰਤ ਜਨੋ ਦੱਸੋ ਕਿ ਕਿਹੜੀ ਜੁਗਤੀ ਨਾਲ ਵਾਹਿਗੁਰੂ ਦਾ ਨਾਮ ਧਿਆਈਏ। ਤਾਂ ਇਹਦਾ ਉੱਤਰ ਇਹ ਹੈ ਕਿ ਉਸ ਦੇ ਪਰਉਪਕਾਰ ਨੂੰ ਯਾਦ ਰੱਖੋ ਕਿ ਉਹਨੇ ਸਾਨੂੰ ਮਨੁੱਖਾ ਦੇ ਦਿੱਤੀ ਹੈ। ਰੋਟੀ ਪਾਣੀ, ਬਾਰ ਵਿਵਸਥਾ, ਤੁਝੇ ਪਿਆਰਾ ਦੂਧ, ਪਰ ਜੋਬਨ ਭੋਜਨ ਸੁਖ ਸੂਦ। ਬਾਲਕ ਅਵਸਥਾ ਵਿੱਚ ਮਾਂ ਦਿੱਤੀ ਸੇਵਾ ਲਈ,
ਜੋ ਬੱਚੇ ਦੇ ਮੂੰਹ ਦੇ ਵਿੱਚ ਪਾਉਂਦੀ ਹੈ, ਬਦੋ ਬਦੀ ਵੀ ਪਾਉਂਦੀ ਹੈ। ਤੇ ਜਵਾਨੀ ਅਵਸਥਾ ਦੇ ਵਿੱਚ ਇਸਤਰੀ ਪਰਿਵਾਰ, ਬਾਲ ਬੱਚਾ, ਇਹ ਸਾਰਾ ਕੁਛ ਟੱਬਰ ਟੋਰ ਬਖਸ਼ਿਆ ਅਤੇ ਜਿਹਦੇ ਨਾਲ ਸੁੱਖ ਸਹੂਲਤਾਂ ਪੈਦਾ ਕਰ ਦਿੱਤੀਆਂ। ਬਿਰਧ ਭਇਆ ਉੱਪਰ ਸਾਖ ਸਹਿਣ। ਜਦ ਬਜ਼ੁਰਗ ਹੋ ਗਏ ਤਾਂ ਸਾਖ ਸੰਬੰਧੀ ਸੇਵਾ ਲਈ ਉੱਪਰ ਖੜੇ ਕਰ ਦਿੱਤੇ, ਜੋ ਬੈਠੇ ਬਿਠਾਏ ਬਜ਼ੁਰਗ ਨੂੰ ਮੰਜੇ ਤੇ ਸਭ ਕੁਛ ਲਿਆ ਕੇ ਹਾਜ਼ਰ ਕਰਦੇ ਨੇ। ਬਿਰਧ ਭਇਆ ਉੱਪਰ ਸਾਖ ਸਹਿਣ, ਮੁਖ ਅਪਿਆਉ ਬੈਠ ਕੋ ਦੇਣ। ਜੋ ਬੈਠੇ ਬਿਠਾਏ ਦੇ ਮੂੰਹ ਚ ਪਾਉਂਦੇ, ਪਰ ਇਹੋ ਨਿਰਗੁਣ ਗੁਣ ਕਛੂ ਨਾ ਬੂਝੈ। ਬਖਸ਼ ਲੈ ਹੋ ਤੋ ਨਾਨਕ ਸੀਜੈ। ਤੋ ਹੇ ਵਾਹਿਗੁਰੂ, ਤੂੰ ਇਹਨਾਂ ਪਰਉਪਕਾਰ ਕੀਤਾ, ਇਹ ਜੁਗਤੀ ਹੈ। ਜੇ ਉਹਦੇ ਪਰਉਪਕਾਰ ਯਾਦ ਰੱਖਾਂਗੇ ਤਾਂ ਆਪਣੇ ਆਪ ਮਹਾਰਾਜ ਦਾ ਨਾਮ ਚੇਤੇ ਆਵੇਗਾ। ਨਾਮ ਜਪਣਾ ਹੀ ਉਹਦੇ ਉਪਕਾਰ ਚੇਤੇ ਕਰਨਾ ਹੈ। ਜੇ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ। ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ। ਨਾਨਕ ਸਰਣ ਸਰਣ ਸੁਖ ਸਾਗਰ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਇਹ ਓਟ ਪਾਉਣ ਦੇ ਯੋਗ ਸੁੱਖਾਂ ਦੇ ਸਮੁੰਦਰ ਪਰਮਾਤਮਾ, ਅਸੀਂ ਤੇਰੀ ਓਟ ਵਿੱਚ ਪਏ ਹਾਂ। ਮੋਹਿ ਟੇਕਾ ਤੇਰੋ ਇਕ ਨਈਆ। ਸਾਨੂੰ ਆਪਣਾ ਨਾਮ ਦਾ ਦਾਨ ਦਿਓ ਜੀ, ਇਹੀ ਤੈਨੂੰ ਧਿਆਉਣ ਦੀ ਜੁਗਤੀ ਹੈ। ਭਾਵ ਤੇਰੇ ਨਾਮ ਦੁਆਰਾ ਹੀ ਤੂੰ ਸਿਮਰਿਆ ਜਾਂਦਾ ਹੈ। ਤੋ ਅਸੀਂ ਤੇਰੀ ਓਟ 'ਚ ਪਏ ਹਾਂ। ਜਾਚਕ ਜਨ ਜਾਚੈ ਪ੍ਰਭਦਾਨ, ਕਰ ਕਿਰਪਾ ਦੇਵੋ ਹਰ ਨਾਮ। ਮੈਂ ਕਿਆ ਮੰਗੋ ਕਿ ਸਥਿਰ ਨ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਇਸ ਲਈ ਗੁਰਦੁਆਰੇ ਆਏ ਆ। ਸਾਡਾ ਧਿਆਨ ਕੇਵਲ ਖਾਣ ਪੀਣ ਜੀ ਤੇ ਪਦਾਰਥ ਇਕੱਠੇ ਕਰਨ ਜੇ ਮਾਇਆ ਤੇ ਲੇਚੀ ਨਾ ਰੁੱਝਿਆ ਰਹੇ। ਜੋ ਗੁਰੂ ਸਾਹਿਬ ਤੇਰੀ ਬਾਣੀ ਹੈ ਰੁਮਾਲੇ ਹੇਠ ਪ੍ਰਕਾਸ਼ਮਾਨ, ਸਾਡਾ ਧਿਆਨ ਉਹਦੇ ਵਿੱਚ ਕਿਤੇ ਜੁੜ ਜਾਏ। ਅਸੀਂ ਤੇਰੇ ਨਾਮ ਦੇ ਨਾਲ ਆਪਦੀ ਬਿਰਤੀ ਨੂੰ ਜੋੜ ਲਈਏ। ਦਾਤ ਪਿਆਰੀ ਵਿਸਰਿਆ ਦਾਤਾਰ। ਘਰ 'ਚ ਟਰੈਕਟਰ ਕਾਰ ਖੜੀ ਦਿਖਦੀ ਹੈ, ਧੀਆਂ ਪੁੱਤ ਜਵਾਨ ਹੋਏ, ਉਹਨਾਂ ਦੇ ਵਿਆਹ ਸ਼ਾਦੀ ਸਭ ਕੁਝ ਦਿਖਦਾ, ਪਰ ਰੱਬ ਨਹੀਂ ਦਿਖਦਾ ਜਿਨਨੇ ਸਭ ਕੁਝ ਦਿੱਤਾ ਹੋਇਆ ਹੈ। ਸਾਡਾ ਧਿਆਨ ਸੰਸਾਰ ਦੇ ਵਿੱਚ ਹੀ ਨਾ ਉੱਠ ਕੇ ਆ ਰਹੇ। ਘੜੀ ਘੰਟਾ ਸਵੇਰ ਸ਼ਾਮ ਤੇਰੇ ਨਾਮ 'ਚ ਸਾਡੀ ਬਿਰਤੀ ਜੁੜ ਜਾਏ। ਬਸ ਇਹੀ ਦਾਤ ਤੇਰੇ ਚਰਨਾਂ ਵਿੱਚੋਂ ਮੰਗਣਾ ਕਰਦੇ ਹਾਂ। ਕਰਤਾ ਤੂੰ ਮੇਰਾ ਜਜਮਾਨ, ਇੱਕ ਦਖਣਾ ਹਉ ਤੈ ਪੈ ਮੰਗੋ, ਦੇਹ ਆਪਣਾ ਨਾਮ। ਜਿਸ ਤਰ੍ਹਾਂ ਬ੍ਰਾਹਮਣ ਬ੍ਰਾਹਮਣੀਆਂ ਕਰਵਾ ਚੌਥ ਵਾਲੇ ਦਿਨ ਫੜ ਕੇ ਬਾਲਟੀ ਤੇ ਕੱਪੜਾ ਘਰੋਂ ਘਰ ਮੰਗਦੇ ਫਿਰਦੇ, ਦਿਨ ਦਿਹਾੜ ਤੇ ਅਸੀਸਾਂ ਦੇਣ ਘਰਾਂ 'ਚ ਆਉਂਦੇ ਵੀ ਸਾਨੂੰ ਕੁਛ ਮਿਲੂਗਾ। ਇਉਂ ਮਹਾਰਾਜ ਅਸੀਂ ਮੰਗਤਿਆਂ ਦੀ ਤਰ੍ਹਾਂ ਤੂੰ ਸਾਡਾ ਜਜਮਾਨ, ਰੋਜ਼ ਹੀ ਤੇਥੋਂ ਮੰਗਦੇ ਆ, ਸਾਡੀ ਝੋਲੀ ਨਾਮ ਦਾ ਦਾਨ ਪਾਓ ਜੀ। ਬਿਲਾਵਲ ਮਹੱਲਾ ਪੰਜਵਾ। ਬਿਲਾਵਲ ਰਾਗ ਵਿੱਚ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ, ਆਪਾਂ ਇਹੀ ਸਵਾਲ ਕਰਦੇ ਹਾਂ ਨਾ ਵੀ ਸਾਡਾ ਮਨ ਨਹੀਂ ਟਿਕਦਾ, ਸਾਥੋਂ ਨਾਮ ਨਹੀਂ ਜਪਿਆ ਜਾਂਦਾ। ਇਹ ਸਵਾਲ ਦਾ ਉੱਤਰ ਹੈ ਵੀ ਕਿਹੜੀ ਜੁਗਤੀ ਹੈ, ਨਾਮ ਕਿਵੇਂ ਜਪੀਏ। ਆਪਾਂ ਕੁਛ ਨਹੀਂ ਕਰ ਸਕਦੇ, ਅਰਦਾਸ ਤਾਂ ਕਰ ਹੀ ਸਕਦੇ ਆ ਨਾ। ਇਹੀ ਜੁਗਤੀ ਹੈ ਵੀ ਅਰਦਾਸ ਕਰੋ, ਬਸ ਕੁਛ ਵੀ ਨਹੀਂ ਹੁੰਦਾ, ਅਰਦਾਸ ਤਾਂ ਕਰੋ। ਉਹਨਾਂ ਨਿਤਨੇਮ ਨਹੀਂ ਜ਼ਰੂਰੀ, ਉਹਨਾਂ ਭਜਨ ਨਹੀਂ ਜ਼ਰੂਰੀ, ਜਿੰਨੀ ਅਰਦਾਸ ਜ਼ਰੂਰੀ ਹੈ। ਕਦੀ ਨਾ ਕਦੀ ਤਾਂ ਮਹਾਰਾਜ ਸੁਣੂਗਾ ਹੀ, ਸੁਣਦਾ ਸਾਰਿਆਂ ਦੀ ਹੈ, ਦੇਣਾ ਨਾ ਦੇਣਾ ਉਹਦੀ ਆਪਦੀ ਮਰਜ਼ੀ ਹੈ। ਇਸ ਲਈ ਅਰਦਾਸ ਕਰਨ ਦਾ ਤਰੀਕਾ ਦੱਸਿਆ ਕਿ ਮਹਾਰਾਜ ਦੀ ਓਟ 'ਚ ਪਾ ਕੇ ਉਹਦੇ ਕੋਲੋਂ ਨਾਮ ਦਾ ਦਾਨ ਬਸ ਮੰਗਦੇ ਰਹੋ, ਜ਼ਰੂਰ ਬਖਸ਼ੇਗਾ। ਬਿਲਾਵਲ ਰਾਗ 'ਚ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ, ਸੰਤ ਸਰਨ ਸੰਤ ਟਹਿਲਕਾਰੀ। ਇਹ ਭਾਈ ਜਿਸ ਸਮੇਂ ਮੈਂ ਸ਼ਾਂਤ ਚਿਤ ਮਹਾਤਮਾ ਜਨਾਂ ਦੀ ਓਟ 'ਚ ਪੈ ਕੇ ਉਹਨਾਂ ਸ੍ਰੇਸ਼ਟ ਮਹਾਤਮਾ ਜਨਾਂ ਦੀ ਟਹਿਲ ਕੀਤੀ, ਸੇਵਾ ਕੀਤੀ। ਅੱਜ ਕੱਲ੍ਹ ਇਸ ਦਾ ਰੁਝਾਨ ਬਹੁਤ ਜ਼ਿਆਦਾ ਘੱਟ ਵੇਖਣ ਨੂੰ ਮਿਲਦਾ ਹੈ। ਪੁਰਾਣਾ ਸਮਾਂ ਸੀਗਾ, ਉਸਤਾਦਾਂ ਦੇ ਕੋਲੋਂ ਵਿਦਿਆ ਪੜ੍ਹਨੀ ਤੇ ਉਹਨਾਂ ਦੇ ਬਸਤਰ ਧੋਣੇ ਤੇ ਉਹਨਾਂ ਦੀ ਹਰੇਕ ਸੇਵਾ ਦੇ ਵਿੱਚ ਹਾਜ਼ਰ ਰਹਿਣਾ।
जो भी उन्होंने जरूरत उन्हें हुक्म करना। अजकल बच्चे तो है ही, माँ प्यो भी उस तरह के ने, टीचर किते गल कर दे सही उस वक्त शिकायत स्कूल पहुँचा देंगे, साडे बच्चे नूं तुसीं आखिया ते आखिया क्यों, हथ लाउणा तां बड़ी दूर की गल है। तो पुराने समय तो हत्थां दे डंडे भी खाने पैंदे। गुरमत विद्या दे विच ते रोटियां भी पकाउणियां पैंदियां, बालन भी ढोना पैंदा, कछहरे भी धोने पैंदे। तो एक तरीका सीगा मन की निमरता वाला। मैं गया तो नहीं, आ साडी गुरुद्वारे का नक्शा, गुरुद्वारा अकाल अकैडमी बड़ू साहिब का है। वो खेत्रफल ज़्यादा, ये खेत्रफल कुछ घट है। मैं दर्शन नहीं किए, सुनिया जरूर है कि उस गुरुद्वारे जो शायद संत इकबाल जी सिंह जी हैं, तो महापुरख बाबा तेजा सिंह जी जिहड़े बाबा अतर सिंह साहब जी तो वरोस आए, उन्होंने ये टीचा मिथया सीगा कि संत बिल्डिंगां बनाई जाते हैं, सोना चाढ़ी जाते हैं, लंगर लाई जाते हैं, पर बच्चों की पढ़ाई का कोई ख्याल नहीं रखता। उन्हें काफ़ी अकैडमियां स्कूल कॉलेज खोले सन। वो आप भी आपदे समय दे अमेरिका तो डिग्री होल्डर सन, कैलीफोर्निया तो डिग्री लैके आए सन, फिर संत पुणा दे विच आए और महाराज की कृपा वो ब्रह्म ज्ञानी सन। ये जिहड़ा गुरुद्वारा उन्होंने बनाया बड़ू साहब, कहते उहदी छत दे पखे नहीं लाए, तो जिहड़े बच्चे उत्थे पढ़ते ने जदों मत्था टेकण आउंदे हथ वाले पखे रखे हुए ने, बच्चों नूं कहंदे भी पखा कर लो, चलो वारी वारी, बैठी हुई संगत नूं आप हथी पखा चलो, पखा फेरी पानी ढोवा, हर जन के पीसन पीस कमावा, ताकि सेवा सिमरन दे नाल सेवा की आदत भी आवे। पातशाह फरमाउंदे टहल महल ताको मिले जाको साध कृपाल। संगत की टहल, गुरु जी दे महल की टहल उन्हों मिलती है जिहदे ते वाहिगुरु जी कृपालू हुंदा है। बाबा हनुमान सिंह जी जथेदार श्री अकाल तख्त साहिब जी दे, एक भाई कपूर सिंह जी जथेदार होए हैं, जिहड़े नवाब कपूर सिंह नाल जाने गए, जिस वक्त ये भी बुढ़ा दल के जथेदार सीगे नवाब कपूर सिंह जी। जिस वक्त नवाबी की खिलत आई है तो सिंघां दे विच रौला पै गया, कोई भी लैण नूं तैयार ना होया, कहंदे असीं सरकारी चीज़ नूं ग्रहण नहीं करांगे, ये तो सरकारी बन गए, आपदे बलबूते ते राज लवांगे। भाई शबेग सिंह जो सरकारी वकील गुरसिख सन ते बड़े सियाणे सन, उन्होंने समझाया कि तुहानू राज लैण तो कौन रोकदा, युद्ध करके भावें दिल्ली सारे हिंदुस्तान का राज लै लियो, ये तो एक खिलत भेटा रूप दे विच खालसे तो डरदे आ जकरीए ने लाहौर तो भेजी है, तो मेरी बेनती है भी इनू तुसीं प्रवान कर लो। छोटा बंदा वड्डे नूं भेटा करदा है, एक भेटा आई है तो हथों डरदे आ, फिर कहंदे हुण दईए किनू, कोई लैण नूं तैयार ना होए। नवाबी की खिलत उस वक्त एक सिंह पंक्ति पढ़ रहा सी, टहल महल ताको मिले जाको साध कृपाल, बाम नखरी की पंक्ति है। वो जवानी बाम नखरी का नितनेम कर रहा सी, कहंदे आ वेख लो। गुरु साहब ने फैसला कर दिता कि ये वस्तु सेवादार की है, हुण वेखो लभो सेवादार कौन है। तो नवाब कपूर सिंह जी उन्होंने संगत विच दिखे, जिहड़े हर रोज़ अमृत वेले ਸਿੰਘਾਂ ਦੇ घोड़ियां की लिद चुक के ते घोड़ियां का तबेला साफ करते सन, ਸਿੰਘਾਂ ਦਾ खूह गेड़ के इशनान कराउंदे सन, उन्हां दे कछहरियां नूं साफ करते सन, फिर लंगर दे विच दाल पानी लई जल भेटा करते, सारी दिहाड़ी सेवा विच रुझे रहिंदे सन। उन्हां नूं आखिया भी आओ तुहानूं नवाबी देनी है, कहन लगे भी मैं तो नहीं नवाबी लैनी, मैं तो सेवादार ही चंगा।
ਤੁਸੀਂ ਮੈਂ ਤੋਂ ਸੇਵਾ ਖੋਹ ਲੈਣੀ ਹੈ, ਮੈਨੂੰ ਤਾਂ ਸੇਵਾ ਚੰਗੀ ਹੈ। ਫਿਰ 5 ਪਿਆਰਿਆਂ ਨੇ ਇਕੱਠੇ ਹੋ ਕੇ ਉਹਨਾਂ ਨੂੰ ਹੁਕਮ ਲਾਇਆ ਕਿ ਤੁਹਾਨੂੰ ਨਵਾਬੀ ਲੈਣੀ ਪਏਗੀ, ਖਾਲਸੇ ਦਾ ਹੁਕਮ ਹੈ। ਤਾਂ ਫਿਰ ਉਹਨਾਂ ਹੱਥ ਜੋੜ ਕੇ ਬੇਨਤੀ ਕੀਤੀ, ਕਹਿੰਦੇ ਵੀ ਹੁਕਮ ਦਾ ਤੁਹਾਡਾ ਸਿਰ ਮੱਥੇ ਹੈ, ਪਰ ਗੁਰੂ ਘਰ ਦੀ ਮਰਜ਼ਾਦਾ ਅਰਦਾਸ ਤਾਂ ਹੋ ਸਕਦੀ ਹੈ। ਇੱਕ ਮੈਂ ਬੇਨਤੀ ਕਰਾਂ, ਮੈਂ ਬੋਲ ਸਕਦਾ, ਬੇਨਤੀ ਕਰ ਸਕਦਾ ਤੁਹਾਨੂੰ? ਕਹਿੰਦੇ ਜੀ ਹਾਂ ਦੱਸੋ। ਕਹਿੰਦੇ 2 ਮੇਰੀਆਂ ਬੇਨਤੀਆਂ ਹਨ, ਜੇ ਕਿਰਪਾ ਕਰਕੇ ਮੰਨੋਗੇ ਤਾਂ ਹੁਕਮ ਸਿਰ ਮੱਥੇ ਹੈ। ਕਹਿੰਦੇ ਦੱਸੋ। ਕਹਿੰਦੇ ਪਹਿਲੀ ਬੇਨਤੀ ਤਾਂ ਇਹ ਹੈ ਕਿ ਨਵਾਬ ਤੁਸੀਂ ਮੈਨੂੰ ਬਣਾ ਦਿਓ, ਤੇ ਪਰ ਮੈਥੋਂ ਸੇਵਾ ਨਾ ਖੋਇਓ। ਇਹ ਨਾ ਮੈਨੂੰ ਕੋਈ ਆਖੇ ਵੀ ਤੂੰ ਘੋੜਿਆਂ ਦੀ ਲਿੱਦ ਨਹੀਂ ਚੁੱਕਣੀ, ਤੂੰ ਤਾਂ ਨਵਾਬ ਹੈ। ਗੁਰੂ ਘਰ ਦੇ ਵਿੱਚ ਇੱਕ ਗੁਰੂ ਸਾਹਿਬ ਹੀ ਮਹਾਨ ਹਨ, ਬਾਕੀ ਅਸੀਂ ਸਾਰੇ ਹੀ ਜਿੰਨੇ ਮਰਜ਼ੀ ਵੱਡੇ ਬਣ ਜਾਈਏ, ਰਾਜੇ ਮਹਾਰਾਜੇ ਵੀ ਗੁਰੂ ਸਾਹਿਬ ਦੇ ਸਿੱਖ ਨੇ, ਸਾਰਿਆਂ ਨੂੰ ਸੇਵਾ ਕਰਨ ਦੀ ਆਗਿਆ ਹੈ। ਤੇ ਇਸ ਵਾਸਤੇ ਲਿੱਦ ਚੁੱਕਣ ਤੋਂ ਨਹੀਂ ਰੋਕਣਾ। ਕਹਿੰਦੇ 7 ਬਚਨ ਜੀ, ਜੋ ਤੁਹਾਡੀ ਖੁਸ਼ੀ ਹੈ। ਦੂਸਰੀ ਬੇਨਤੀ ਇਹ ਹੈ ਕਿ ਜੋ ਵੀ ਖਿਲਤ ਆਈ ਹੈ ਪਹਿਲਾਂ 5 ਪਿਆਰਿਆਂ ਦੇ ਚਰਨਾਂ ਨੂੰ ਸੁਹਾਈ ਜਾਵੇ, ਤਾਂ ਕਿ ਮੇਰੇ ਮਨ 'ਚ ਮਾਣ ਨਾ ਆ ਜਾਏ। ਉਹ ਜਿਹੜੀ ਕਲਗੀ ਮੇਰੇ ਸਿਰ ਤੇ ਲਾਉਣੀ ਹੈ, ਤੁਸੀਂ ਆਪਦੇ ਚਰਨਾਂ ਨੂੰ ਸੁਹਾਓ। ਇਹ 5 ਦੇ ਚਰਨਾਂ ਨੂੰ ਕਲਗੀ ਸੁਹਾ ਕੇ ਤੇ ਉਹ ਜਿਹੜਾ ਖਿਲਤ ਆਈ ਸੀ, ਭੇਟਾ ਆਈ ਸੀ, ਸਾਰਿਆਂ ਦੇ ਚਰਨਾਂ ਨੂੰ ਸੁਹਾ ਕੇ ਤੇ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਫਿਰ ਕਹਿੰਦੇ ਹੁਣ ਆਪ ਕਿਰਪਾ ਕਰੋ। ਫਿਰ ਉਹਨਾਂ ਦੇ ਸਿਰ ਤੇ ਉਹ ਕਲਗੀ ਲਾਈ ਤੇ ਹਰ ਰੋਜ਼ ਅੰਮ੍ਰਿਤ ਵੇਲੇ ਉੱਠਦੇ, ਸਾਰਿਆਂ ਦੇ ਉੱਠਣ ਤੋਂ ਪਹਿਲਾਂ ਘੋੜਿਆਂ ਦੇ ਤਬੇਲੇ 'ਚ ਜਾ ਕੇ ਲਿੱਦ ਸਾਫ਼ ਕਰ ਦਿੰਦੇ, ਸਾਫ਼ ਸਫਾਈ ਕਰਕੇ ਫਿਰ ਨਹਾ ਧੋ ਕੇ ਉਹ ਜਿਹੜੀ ਨਵਾਬੀ ਦੀ ਪੁਸ਼ਾਕ ਸੀ ਉਹ ਪਹਿਨ ਕੇ ਕਲਗੀ ਕੁਲਗੀ ਲਾ ਕੇ ਤੇ ਫਿਰ ਦੀਵਾਨ ਦੇ ਵਿੱਚ ਆ ਜਾਂਦੇ। ਤੋ ਇੰਜ ਬੜੀ ਨਿਮਰਤਾ ਸੀਗੀ। ਅੱਜ ਕੱਲ੍ਹ ਇਸ ਮਾਹੌਲ ਵਿੱਚ ਕਮੀ ਆਈ ਹੈ। ਆਪਾਂ ਫਤਿਹ ਬੁਲਾਉਣ ਤੋਂ ਵੀ ਗੁਰੇਜ਼ ਕਰਦੇ ਹਾਂ। ਸੋ ਆਗੇ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਕੀ ਫਤਿਹ ਬੁਲਾਵੇ। ਤੋ ਜੇ ਕੋਈ ਬੁਲਾਵੇ ਵੀ ਤਾਂ ਕਈ ਵਾਰ ਮਨ ਦੇ ਮਾਣ ਵਿੱਚ ਆਪਾਂ ਦਾ ਜਵਾਬ ਨਹੀਂ ਦਿੰਦੇ, ਜੋ ਕਿ ਸੋ ਵਾਹਿਗੁਰੂ ਨਾਮ ਦੀ ਬੇਦਬੀ ਹੈ। ਇਹਦੇ ਬੋਲਣ ਤੋਂ ਕਹਿਣ ਤੋਂ ਮਹਾਰਾਜ ਦਾ ਨਾਮ ਉਚਾਰਨ ਹੁੰਦਾ। ਇਸ ਲਈ हे ਸੱਚੇ ਪਾਤਸ਼ਾਹ, ਤੇਰੇ ਚਰਨਾਂ ਵਿੱਚ ਬੇਨਤੀ ਹੈ ਕਿ ਸੰਤ ਸਰਣ, ਜਿਹੜੇ ਤੇਰੇ ਸੰਤ ਸ਼ਾਂਤਚਿਤ ਮਹਾਤਮਾ ਗੁਰੂ ਕੀ ਸਾਧ ਸੰਗਤ, ਉਹਨਾਂ ਮਹਾਤਮਾ ਜਨਾਂ ਦੀ ਓਟ ਵਿੱਚ ਪੈ ਕੇ ਸੰਤ ਟਹਿਲ ਕਰੀ। ਅਸੀਂ ਸੰਤਾਂ ਸ੍ਰੇਸ਼ਟ ਮਹਾਤਮਾ ਜਨਾਂ ਦੀ ਟਹਿਲ ਸੇਵਾ ਕਰਦੇ ਰਹੀਏ ਜਾਂ ਟਹਿਲ ਸੇਵਾ ਕੀਤੀ ਹੈ। ਤੰਦ ਬੰਦ ਯਾਰ ਸਗਲ ਜੰਜਾਰੋ, ਜਦੋਂ ਸੇਵਾ ਕੀਤੀ ਤਾਂ ਬੰਧਨਾਂ ਨੂੰ ਪਾਉਣ ਵਾਲੇ ਧੰਦੇ ਤੇ ਸਾਰੇ ਜੰਜਾਲ ਅਤੇ ਸਵਰ ਕਾਜ ਤੇ ਛੂਟ ਪਾਰੀ, ਹੋਰ ਅਗਿਆਨ 'ਚ ਫਸਾਉਣ ਵਾਲੇ ਕੰਮਾਂ ਤੋਂ ਸਾਡੀ ਬਿਰਤੀ, ਸਾਡੀ ਬੁੱਧੀ ਛੁੱਟ ਪਈ। ਭਾਵ ਸੰਤ ਜਨਾਂ ਦੀ ਸੇਵਾ ਕਰਕੇ ਸਾਰੇ ਬੰਧਨਾਂ ਆਦਿਕ ਤੋਂ ਛੁਟਕਾਰਾ ਪਾ ਲਿਆ। ਵੇਖਿਓ ਮੋਹਨ ਸਭ ਕਾ ਗੁਰ ਪੂਰੈ, ਮੇਰੀ ਉਲਟ ਤਾਰੀ ਰਹਾਉ। ਇਹ ਸਾਧ ਸੰਗਤ ਜੀਓ ਪਹਿਲੀਆਂ ਹੀ 2 ਪੰਕਤੀਆਂ ਰਹਾਉ ਵਾਲੀਆਂ ਸਨ। ਇਹਦੇ 'ਚ ਸਾਰੇ ਸ਼ਬਦ ਦਾ ਸਿਧਾਂਤ ਹੈ। ਹੁਣ ਅੱਗੇ ਸਰਮਣ ਕਰੋ। ਸੁਖ ਸਹਿਜ ਯਾਰ ਘਣੋ ਆਨੰਦਾ, ਜਿਸ ਨਾਮ ਦੀ ਬਰਕਤ ਕਰਕੇ ਸਾਨੂੰ ਅਚੁੱਤ ਸੁਖ, ਆਤਮਿਕ ਸੁਖ, ਸ਼ਾਂਤੀ ਅਤੇ ਬੇਅੰਤ ਆਨੰਦ ਪ੍ਰਾਪਤ ਹੋਇਆ ਹੈ। ਆਨੰਦੋ ਆਨੰਦ ਖਾਣਾ ਮੈਂ ਸੋ ਪ੍ਰਭ ਰੀਠਾ ਰਾਮ, ਚਾਖਿਅੜਾ ਚਾਖਿਅੜਾ ਮੈਂ ਹਰਸ ਮੀਠਾ ਰਾਮ। ਗੁਰ ਤੇ ਪਾਇਓ ਨਾਮ ਹਰੀ, ਉਹ ਗੁਰੂ ਸਾਹਿਬ ਤੋਂ ਹਰੀ ਪਰਮਾਤਮਾ ਦਾ ਨਾਮ ਪ੍ਰਾਪਤ ਕੀਤਾ, ਜੇ ਨਾਮ ਦੀ ਬਰਕਤ ਕਰਕੇ ਸਾਨੂੰ ਅਚੁੱਤ ਸੁਖ, ਸ਼ਾਂਤੀ ਤੇ ਬੇਅੰਤ ਆਨੰਦ ਪ੍ਰਾਪਤ ਹੋਇਆ ਹੈ। ਐਸੋ ਹਰ ਰਸ
जप जप जीव है। अमृत जो मृत्यु तो रहत करने वाला महाराज सच्चे पातशाह जी का नाम रस है। सह फरमाउंदे ने सो हर रस बरन न साको। परमात्मा दे नाम दा रस अजिहा है जो मैं वर्णन नहीं कर सकता। गुर पूरै मेरी उलट तारी। पूरे सतगुरां ने मेरी बिरती संसार तो उल्टा के ब्रह्माकार करके रख देती है। देखियो मोहन सब कै संगे। हुण मैं मोहित कर लैण वाले परमात्मा नूं सारियां दे नाल सदा अंग संगे भंगं विभूते अंग संग वेख लिया है। ऊन न काहो सगल परी। किसी जगह विच भी ऊणता ही नहीं है, सब थावां च ओहदी सत्ता भरी हुई है। पूरन बूर रहियो किरपा नित। वो कृपा मेहर दा खजाना पूर्ण परमात्मा सब ताई ही व्यापक हो रहा है। जल थल महिल पूरिया स्वामी सिरजनहार अनेक भांत होए पसरिया नानक एक अंकार। कहो नानक मेरी पूरी परी। सो सतगुरु जी कथन करदे कि गुरां द्वारा उहदी कीती हुई भगती टहल मेरी पूरी पई है। भाव सब कारज सिद्ध होए हन। नावल महला पंजवा। भगती ते सेवा करदे सारे ने पर पूरी किसे किसे दी पैंदी है। सेवक की ओढ़ निभही प्रीत जीवत साहिब सेवियो अपना चलते राखियो चीत। संत ज्ञानी गुरबचन सिंह जी, बाबा सुंदर सिंह जी, सो बाबा करतार सिंह, बाबा जरनैल सिंह, बाबा ठाकुर सिंह साहब पिंडां वाले महापुरख, आ हुण संत मोहन सिंह जी। गुरु घर एक दिन रहना औखा है, घड़ी घंटा इत्थे खड़ना औखा है। सारी उम्र ही उन्हें गुरुद्वारे गुजार दिती ते घंटा एक तप करना कठिन है। सारी उम्र तपस्या दे विच ही गुजार दिती। कबीर जैसी उपजी पेड़ ते जो तैसी निभह ओढ़। हीरा किसका बापुरा मुझे न रतन करोड़। कहंदे जिस तरह भगती प्रारंभ करी दी है उन्ना अंत तक उत्साह नहीं रहिंदा, हौली हौली घटदा घटदा घट जांदा है। पर धन गुरमुख प्यारे गुरमुख बुढ़े कदे नाही जिन्हां अंतर सुरत ज्ञान। जिन्हां नूं अंदरों सुरत जाग पई है ते महाराज ने ब्रह्म ज्ञानी बना दिता। अठे पैर एक ते लिवै मन्ने न हुक्म अपार। अठे पैर ही ले बिरती जोड़ करके ते वाहिगुरु अकाल पुरख परमात्मा दे चरनां दे विच आप दी आप नूं समर्पित करके नाम जपदे ने, तप करदे हन। तो ऐसे जिहड़े गुरमुख ने उन्हां दी भगती महाराज पूरी पा दिंदा, सफल बना दिंदा। आ तुहाडे इलाके दे संत महापुरख मानकपुर कलरां वाले संत गुरदेव सिंह जी काला चोला पाउंदे, काली दस्तार बन्नदे। कई बार इत्थे प्रबंधकां ने स्टेज तो उन्हां दे दर्शन कराए, उन्हां नाल बचन विलास भी हुंदे रहे। हुण 6वीं बरसी का सहज पाठ उन्हां दा रखिया होया, 20 तारीख नूं भोग पैना है। ऐसे महापुरख जिन्हां सारी उम्र मैं तो सुन के हैरान रह गया भी पहला सुने तो सीगे पर वेखे नहीं सन। ते कल परसों ही पता लगा भी उन्हें सारी उम्र पैसे नूं हथ नहीं लाया। मैं पूछया, मैं कहा सरदा किवें सीगा? कहंदे बस लागे बने सेवादार जो माड़ी मोटी लोड़ पूरी कर दिंदे ते वैद हकीम भी सन। किसी दी नब्ज वेखनी ते उन्हें सोने का कड़ा पाया होना या मुंदरी पाई होनी, कहना भाई ला दे, कहंदे इहनूं ला दे ताकि सोने नूं हथ ना ला जाए लग जाए। जिंदगी भर ये निजम निभाया, पूरा जिंदगी भर। तो बिल्डिंग ते मैं सन वेखिया 1961 की वो कोठड़ी बनी हुई है। महात्मा संतां वाली जिहड़ी कुटिया शन सीगी
1961 ਤੋਂ ਬਣਾ ਕੇ ਤੇ ਸਾਰੀ ਉਮਰ ਆ 6 ਸਾਲ ਪਹਿਲਾਂ ਉਹਨਾਂ ਨੇ ਸਰੀਰਕ ਚੋਲਾ ਨੂੰ ਤਿਆਗਿਆ ਤੇ ਸਾਰੀ ਉਮਰ ਤਾਪੀ ਕੀਤਾ, ਬਾਣੀ ਪੜ੍ਹੀ, ਨਾਮ ਜਪਿਆ ਤੇ ਕਥਾਵਾਚਕ ਸਿਰੇ ਦੇ ਵਿਦਵਾਨ ਮਹਾਂਪੁਰਖਾਂ ਦੇ ਇੰਨੇ ਪ੍ਰੇਮੀ ਕਿ ਸੰਤ ਵੀ ਉਹਨਾਂ ਨੂੰ ਮੰਨਦੇ। ਕਹਿੰਦੇ ਵੀ 5-7 ਹੀਰੇ ਨੇ, ਉਹਨਾਂ ਵਿੱਚੋਂ ਸੰਤ ਗੁਰਦੇਵ ਸਿੰਘ ਜੀ ਹਨ ਤੇ 1 ਜਾਂ 2 ਦਿਨ ਨਿਯਮ ਨਿਭਾਉਣਾ ਕਠਿਨ ਹੈ। ਸਾਰੀ ਉਮਰ ਉਹ ਇਹ ਨਿਯਮ ਨਿਭਾ ਗਏ ਚੜ੍ਹਦੀ ਕਲਾ ਸਹਿਤ। ਇਹ ਨਹੀਂ ਵੀ ਇਹ ਜ਼ਰੂਰੀ ਹੈ। ਗੁਰੂ ਘਰ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਤੋ ਸਾਰੀਆਂ ਸੇਵਾਵਾਂ ਸੋਨੇ ਚਾਂਦੀ ਮਾਇਆ ਦੀਆਂ ਪ੍ਰਮਾਣ ਕੀਤੀਆਂ, ਪਰ ਉਹਨਾਂ ਦਾ ਆਪ ਦਾ ਸੁਭਾਅ ਸੀਗਾ। ਤੇ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ। ਕੇਵਲ ਸੇਵਾ ਤੇ ਸਿਮਰਨ ਦੇ ਵਿੱਚ ਚਿੱਤ ਨੂੰ ਰੱਖਿਆ। ਆਏ ਗਏ ਸੰਤਾਂ ਮਹਾਤਮਾ ਦੀ ਸੰਗਤ ਕਰਨੀ, ਗੁਰਸਿੱਖਾਂ ਨੂੰ ਜਲ ਪਾਣੀ ਲੰਗਰ ਪਾਣੀ ਛਕਾਉਣਾ, ਔਰ ਜਿਹੜਾ ਵਿਦਿਆ ਦਾ ਚਾਹਣ ਵਿਦਿਆ ਪੜਾਉਣੀ। ਜਿੱਥੇ ਸੰਗਤਾਂ ਯਾਦ ਕਰਨਾ, ਕਹਿਣਾ ਭਾਈ ਲੈ ਜਾਓ ਤੇ ਛੱਡ ਜਾਓ, ਪੈਸਾ ਨਹੀਂ ਚਾਹੀਦਾ। ਕਿਸੇ ਦੀ ਲੋੜ ਹੋਣੀ ਤੇ ਜਾਂ ਆਪ ਨੂੰ ਹੋਣੀ, ਜੋ ਲੀੜਾ ਕੱਪੜਾ ਜੋ ਲੋੜ ਹੈ, ਬਹੁਤਾ ਪ੍ਰੇਮ ਨਾਲ ਕਿਸੇ ਕਹਿਣਾ ਵੀ ਇਹ ਪੂਰੀ ਕਰ ਦਿਓ, ਐਸਾ ਉਹਨਾਂ ਦਾ ਨਿਯਮ। ਤੋ ਸਾਰੀ ਉਮਰ ਨਿਭਾ ਗਏ। ਸੱਚੇ ਪਾਤਸ਼ਾਹ ਜੀ ਨੇ ਭਗਤੀ ਸੇਵਾ ਟਹਿਲ ਉਹਨਾਂ ਗੁਰਮੁਖਾਂ ਦੀ ਥਾਂ ਪਾਈ ਹੈ, ਉਹਨਾਂ ਦੀ ਪੂਰੀ ਹੋਈ ਹੈ, ਉਹਨਾਂ ਦੀ ਨਿਭੀ ਹੈ। ਸੋ ਜਿਹਦੇ ਤੇ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ, ਕਰਦੇ ਸਾਰੇ ਹੀ ਨੇ। ਕਹਿੰਦੇ ਸੇਵਕ ਸਿੱਖ ਪੂਜਨ ਸਭ ਆਵੇ, ਸਭ ਗਾਵੇ ਹਰ ਹਰ ਊਤਮ ਬਾਣੀ। ਗਾਵਿਆ ਸੁਣਿਆ ਤਿਨ ਕਾ ਹਰ ਥਾਈ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਪੂਰਨ ਪੂਰ ਰਹਿਓ ਕਿਰਪਾ ਨਿਧ। ਮਿਹਰ ਦਾ ਖਜ਼ਾਨਾ ਪੂਰਨ ਪਰਮਾਤਮਾ ਸਭ ਥਾਈ ਵਿਆਪਕ ਹੋ ਰਿਹਾ। ਕਹੋ ਨਾਨਕ ਮੇਰੀ ਪੂਰੀ ਭਰੀ। ਕਥਾ ਆਪਾਂ ਵੀ ਕਰਦੇ ਹਾਂ। ਆ ਧੁੰਮੇ ਨਗਰ ਦੇ ਮਹਾਂਪੁਰਖ ਸੰਤ ਹਰਨਾਮ ਸਿੰਘ ਜੀ। ਐਵੇਂ ਬੰਦਾ ਸੰਤ ਨਹੀਂ ਬਣਦਾ। ਕਈ ਲੋਕ ਮਾੜਾ ਕਹਿੰਦੇ ਨੇ, ਨਿੰਦਿਆ ਕਰਦੇ ਨੇ। ਬੰਦਾ ਕੋਈ ਕਹੇ ਵੀ ਇਹਨਾਂ ਦੇ ਪੈਰ ਧੋ ਕੇ ਪੀ, ਮੈਂ ਤੁਹਾਡੇ ਸਾਹਮਣੇ ਪੈਰ ਧੋ ਕੇ ਪੀਊਂਗਾ। ਜਦੋਂ ਮਿਲੀਦਾ ਮਾਇਆ ਦੀ ਪੇਟਾ ਰੱਖ ਕੇ ਮੱਥਾ ਟੇਕੀਦਾ ਵੀ ਸਾਥੋਂ ਵੱਡੇ ਨੇ। ਉਹਨਾਂ 'ਚ ਇੱਕੋ ਹੀ ਗੁਣ ਹੈ ਜੋ ਮੈਨੂੰ ਦਿਖਦਾ ਵੀ ਅੱਜ ਤੱਕ ਉਹਨਾਂ ਮਾਇਆ ਦਾ ਮੋਹ ਨਹੀਂ ਕੀਤਾ। ਕਥਾ ਕਰਦਿਆਂ ਵੇਖਿਆ ਵੀ ਹੈ ਕਈ ਵਾਰ। ਤੇ ਅਮਰੀਕਾ ਤੱਕ 10-10 12-12 ਸਾਲ ਅਮਰੀਕਾ 'ਚ ਬੰਦਾ ਰਹਿ ਆਏ ਤੇ ਸਾਰੇ ਪਿੰਡ ਨੂੰ ਭਾਵੇਂ ਸੋਨੇ ਦਾ ਬਣਾ ਦੇ, ਇੰਨਾ ਪੈਸਾ। ਸਾਹਿਬ ਨੇ ਜਿਨ੍ਹਾਂ ਦੇ ਮੈਂ ਦਰਸ਼ਨ ਕੀਤੇ ਨੇ ਕੈਨੇਡਾ ਦੇ ਵਿੱਚ, ਉੱਥੇ ਦਰਸ਼ਨ ਕਰਕੇ ਆਏ। ਇੱਕ ਸਰੀ ਦੇ ਵਿੱਚ, ਇੱਕ ਐਬਸਫੋਰਡ ਸ਼ਹਿਰ ਦੇ ਵਿੱਚ, ਜਿੱਥੇ ਮਾਇਆ ਦਿੱਤੀ ਉੱਥੇ ਲਾਤੀ। ਤੇ ਇੱਕ ਫਰਿੱਜ ਨੂੰ ਹੈ ਗੁਰਦੁਆਰਾ ਸਾਹਿਬ ਬੜਾ ਤਗੜਾ। ਤੇ ਜੋ ਉੱਥੋਂ ਦੀ ਪ੍ਰਬੰਧਕ ਬਣਾ ਕੇ ਉਹਨਾਂ ਨੂੰ ਕਹਿਤਾ ਭਾਈ ਗੁਰਦੁਆਰਾ ਚਲਾਓ। ਆਪਦਾ ਘਰ ਤੱਕ ਨਹੀਂ ਬਣਾਇਆ, ਚੜ੍ਹਦੀ ਕਲਾ ਨਾਲ। ਹੁਣ ਜੋ ਵੀ ਕੁਛ ਹੈ, ਕੋਈ ਧੇਲਾ ਮਾਇਆ, ਕੋਈ ਪ੍ਰੋਪਰਟੀ, ਇਹ ਸਭ ਸਾਡੀ ਹੈ। ਤੇ ਇਸ ਵਾਸਤੇ ਬੰਦੇ ਨੇ ਨਾਲ ਤਾਂ ਨਹੀਂ ਲਿਜਾਣੀ, ਸੰਗਤ ਦਾ ਹੀ ਹੈ ਸਾਰਾ ਕੁਛ। ਤੋ ਜੇ ਇੱਕ ਨੂੰ ਜਥੇਦਾਰ ਬਣਾ ਕੇ ਉਹਦੇ ਨਾਂ ਕਰਾਤਾ, ਉਹਦੇ ਵਿੱਚ ਕੋਈ ਮਾੜੀ ਬਾਤ ਨਹੀਂ ਹੈ। ਤੇ ਇਸ ਵਾਸਤੇ ਮਹਾਰਾਜ ਦਾ ਨਾਮ ਜਪਣਾ, ਬਾਣੀ ਪੜ੍ਹਨੀ ਇੱਕ ਵੱਖਰੀ ਗੱਲ ਹੈ, ਸੇਵਾ ਕਰਨੀ, ਪਰ ਪੂਰੀ ਨਿਭਾ ਦੇਣੀ। ਸੋ ਮਹਾਰਾਜ ਦੀ ਬਾਣੀ ਪੜ੍ਹੀ, ਤਪ ਕੀਤਾ, ਸੇਵਾ ਕੀਤੀ ਤੇ ਸੰਗਤ ਤੋਂ ਵੱਲੋਂ ਵਡਿਆਈ ਮਿਲੀ, ਪੂਰੀ ਪੈ ਗਈ। ਇਹ ਕਿਸੇ ਵਿਰਲੇ ਵਾਂਝੇ ਨੂੰ ਦਾਤ ਮਿਲਦੀ ਹੈ ਨ ਵਿਰਲੇ ਨਾਹੀ ਕਣੇ ਫੈਲ ਫਕੜ ਸੰਸਾਰ। ਗੁਰੂ ਸਾਹਿਬ ਕਿਰਪਾ ਕਰਨ, ਸਾਡੇ ਨੂੰ ਵੀ ਬਖਸ਼ਿਸ਼ਾਂ ਰਹਿਮਤਾਂ ਦੀ ਦਾਤ ਦੇਣ ਜੀ। ਭੁੱਲ ਚੁੱਕ ਮਾਫ ਕਰੋ, ਅੱਗੇ ਤੋਂ ਸਮਤ ਬਖਸ਼ੋ। ਵੇਖਿਓ ਮੋਹਨ ਸਭ ਕੈ ਸੰਗੇ, ਊਨ ਨ ਕਾਹੂ ਸਗਲ ਭਰੀ। ਪੂਰਨ ਪੂਰ ਰਹਿਓ ਕਿਰਪਾ ਨਿਧ, ਕਹੋ ਨਾਨਕ ਮੇਰੀ ਪੂਰੀ ਭਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।